ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ। ਗਾਵੀਐ ਸੁਣੀਐ ਮਨ ਰਖੀਐ ਭਾਉ, ਦੁਖ ਪਰ ਹਰ ਸੁਖ ਕਰ ਲੈ ਜਾਏ। ਗੁਰਮੁਖ ਨਾਦੰ ਗੁਰਮੁਖ ਵੇਦੰ, ਗੁਰਮੁਖ ਰਹਾ ਸਮਾਈ। ਗੁਰ ਈਸ਼ਰ ਗੁਰ ਗੋਰਖ ਬ੍ਰਹਮਾ, ਗੁਰ ਪਾਰਬਤੀ ਮਾਈ। ਜੇ ਹਉ ਜਾਣਾ ਆਖਾਂ ਨਾਹੀ, ਕਹਿਣਾ ਕਥਨ ਨ ਜਾਈ। ਗੁਰਾ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ। ਸੋ ਮੈਂ ਵਿਸਰ ਨਾ ਜਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਜਪ ਬਾਣੀ ਦੀ ਜੋ ਲੜੀਵਾਰ ਉਚਾਰ ਚੱਲ ਰਹੀ ਹੈ, 5 ਨੰਬਰ ਪੌੜੀ ਦਾ ਆਪਾਂ ਬੜੇ ਪਿਆਰ ਨਾਲ ਪਾਠ ਸਰਵਣ ਕੀਤਾ ਹੈ। ਸਿੱਖ ਧਰਮ ਦੇ ਬਾਨੀ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਇਸ ਪੌੜੀ ਦੇ ਅੰਦਰ ਜੋ ਵਿਚਾਰ ਬਖਸ਼ਿਸ਼ ਕਰ ਰਹੇ ਨੇ, ਆਓ ਵਿਚਾਰ ਸਾਂਝੇ ਕਰੀਏ। ਜਿਵੇਂ ਕਿ ਆਪਾਂ ਪਹਿਲੀਆਂ ਪੌੜੀਆਂ ਵਿੱਚ ਵੀ ਪੌੜੀ ਦੀ ਅਖੀਰਲੀ ਤੁਕ ਤੋਂ ਵਿਚਾਰ ਆਰੰਭ ਕਰਦੇ ਹਾਂ ਕਿ ਗੁਰਦੇਵ ਪਿਤਾ ਮਹਾਰਾਜ ਸਾਨੂੰ ਪੌੜੀ ਦੁਆਰਾ ਕੀ ਉਪਦੇਸ਼ ਬਖਸ਼ਿਸ਼ ਕਰਦੇ ਹਨ। ਭਾਵੇਂ ਕਿ ਆਪਾਂ 4 ਪੌੜੀਆਂ ਵਿੱਚ ਲਗਾਤਾਰ ਹੁਕਮ ਦੀ, ਉਹਦੀ ਰਜ਼ਾ ਵਿੱਚ ਤੁਰ ਕੇ ਸਚਿਆਰੇ ਬਣਨ ਦੀ ਗੱਲ ਕਰਦੇ ਆ ਰਹੇ ਹਾਂ। ਗੁਰਦੇਵ ਜੀ 5 ਨੰਬਰ ਪੌੜੀ ਵਿੱਚ ਵੀ ਬਖਸ਼ਿਸ਼ ਕਰਦੇ ਨੇ, ਗੁਰਾ ਇੱਕ ਦੇ ਬੁਝਾਈ। ਹੇ ਗੁਰੂ, ਮੈਨੂੰ ਉਹ ਸਿੱਖਿਆ ਬਖਸ਼ਿਸ਼ ਕਰ ਜਿਸ ਸਿੱਖਿਆ ਦੁਆਰਾ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਪ੍ਰਣ ਕਰ ਲਵਾਂ ਕਿ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਗੁਰਦੇਵ ਪਿਤਾ ਮਹਾਰਾਜ ਬਖਸ਼ਿਸ਼ ਕਰਦੇ ਨੇ, ਗੁਰਾ ਇੱਕ ਦੇ ਬੁਝਾਈ। ਮੈਨੂੰ ਇੱਕ ਸਿੱਖਿਆ ਐਸੀ ਬੁਝਾ ਦਿਓ, ਸਮਝਾ ਦਿਓ ਕਿ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਇਹਦੇ 'ਚ ਕੋਈ ਸ਼ੱਕ ਨਹੀਂ ਕਿ ਦਾਤਾ ਇੱਕ ਹੈ। ਇੱਕ ਗੱਲ ਦਾ ਖਿਆਲ ਰੱਖਣਾ, ਜਦੋਂ ਅਸੀਂ ਸਤਿਗੁਰ ਦੀ ਬਾਣੀ ਪੜ੍ਹਦੇ ਹਾਂ ਤੇ ਜਦੋਂ ਭਿਖਾਰੀਆਂ ਦੀ ਗਿਣਤੀ ਆਈ ਆ ਤਾਂ ਗੁਰਦੇਵ ਨੇ ਉਦੋਂ ਆਖਿਆ, ਜਗਤ ਭਿਖਾਰੀ ਫਿਰਤ ਹੈ, ਸਭ ਕੋ ਦਾਤਾ ਰਾਮ। ਪਰ ਜਦੋਂ ਦਾਤੇ ਦੀ ਗੱਲ ਬਾਣੀ ਵਿੱਚ ਕੀਤੀ ਹੈ, ਉਦੋਂ ਦਾਤੇ ਦਾ ਜ਼ਿਕਰ ਕਰਦੇ ਆ, ਕਿਤੇ ਵੀ ਬਾਣੀ 'ਚ ਨਹੀਂ ਲਿਖਿਆ ਵੀ ਦਾਤੇ ਦੋ ਨੇ। ਉਦੋਂ ਆਖਿਆ ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ, ਦਿਨ ਦੇ ਟੋਟ ਨ ਆਵਈ, ਅਗਣਤ ਭਰੇ ਭੰਡਾਰ। ਦਾਤਾ ਇੱਕ ਹੈ ਪਰ ਭਿਖਾਰੀ ਸਾਰਾ ਜਗਤ ਹੈ। ਗੁਰਦੇਵ ਮਹਾਰਾਜ ਕਹਿੰਦੇ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਦਾਤਾ ਇੱਕ ਹੈ, ਪਰ ਗੱਲ ਸਮੱਸਿਆ ਇਹ ਹੈ ਕਿ ਮੈਨੂੰ ਨਾ ਭੁੱਲ ਜਾਏ, ਮੈਂ ਉਸ ਦਾਤੇ ਨੂੰ ਆਪਣੀ ਜ਼ਿੰਦਗੀ 'ਚੋਂ ਵਿਸਾਰ ਨਾ ਦੇਵਾਂ। ਮੈਨੂੰ ਇੱਕ ਇਹੋ ਜਿਹੀ ਸਿੱਖਿਆ ਮੇਰੀ ਸੁਰਤ ਵਿੱਚ ਬਿਠਾ ਦਿਓ ਕਿ ਮੈਂ ਉਸ ਦਾਤੇ ਨੂੰ ਹਮੇਸ਼ਾ ਆਪਣੇ ਅੰਗ ਸੰਗ ਸਮਝ ਕੇ ਮੈਂ ਸਚਿਆਰ ਬਣਨ ਵਾਲੀ ਪੌੜੀ ਦੇ ਉੱਤੇ ਪੈਰ ਰੱਖਦਿਆਂ ਅੱਗੇ ਤੁਰਦਾ ਜਾਵਾਂ ਤੇ ਸਚਿਆਰੇ ਦਾ ਰੂਪ ਬਣ ਸਕਾਂ। ਪਾਤਸ਼ਾਹ ਇੱਥੇ ਬਖਸ਼ਿਸ਼ ਕਰਦੇ ਨੇ, ਗੁਰਾ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸਭਨਾ ਜੀਵਾਂ ਦਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਉਹ ਦਾਤਾ ਮੈਨੂੰ ਨਾ ਭੁੱਲ ਜਾਏ। ਜਦੋਂ ਅਸੀਂ ਸਤਿਗੁਰ ਦੀ ਬਾਣੀ ਪੜ੍ਹਦੇ ਹਾਂ ਤੇ ਗੁਰਦੇਵ ਪਿਤਾ ਮਹਾਰਾਜ ਕਹਿੰਦੇ ਨੇ, ਸਭ ਸੁਖ ਦਾਤਾ ਰਾਮ ਹੈ। ਇੱਥੇ ਰਾਮ ਦਾ ਅਰਥ ਰਮਿਆ ਹੋਇਆ ਪਰਮਾਤਮਾ ਹੈ। ਦੂਸਰ ਨਾ ਹੈ ਨਾ ਕੋਈ। ਮਹਾਰਾਜ ਕੋਈ ਦੂਜਾ ਵੀ ਹੈਗਾ। ਵੱਖਰੀ ਗੱਲ ਹੈ ਕਿ ਅਸੀਂ ਕਈ ਬਣਾ ਲਏ ਨੇ। ਅੱਜ ਸਮਾਜ ਵਿੱਚ ਕੋਈ ਕਿਸੇ ਨੂੰ ਸੁੱਖਾਂ ਦਾਤਾ ਮੰਨ ਕੇ ਬੈਠਾ, ਕੋਈ ਕਿਸੇ ਨੂੰ ਸੁੱਖਾਂ ਦਾਤਾ ਮੰਨ ਕੇ ਬੈਠਾ, ਕੋਈ ਕਿਸੇ ਦੀ ਟੇਕ ਲਾ ਕੇ ਬੈਠਾ, ਕੋਈ ਕਿਸੇ ਦੀ ਟੇਕ ਲਾ ਕੇ ਬੈਠਾ। ਪਰ ਇੱਥੇ ਗੁਰਦੇਵ ਜੀ ਕਹਿੰਦੇ ਨੇ, ਸਭ ਸੁਖ ਦਾਤਾ ਰਾਮ ਹੈ, ਦੂਸਰ ਨਾ ਹੈ ਨਾ ਕੋਏ, ਕਹੋ ਨਾਨਕ ਸੁਨ ਰੇ ਮਨਾ, ਤੇ ਸਿਮਰਤ ਗਤ ਹੋਏ। ਗੁਰਦੇਵ ਪਿਤਾ ਮਹਾਰਾਜ ਕਹਿੰਦੇ ਨੇ, ਬਸ ਜੇ ਉਹ ਦਾਤਾ ਇੱਕ ਤੇ ਮੈਨੂੰ ਨਾ ਭੁੱਲ ਜਾਏ। ਜਿਹੜਾ ਦਾਤਾ ਸਾਰਿਆਂ ਵਿੱਚ ਸਾਡੇ ਸਮਾਇਆ ਹੋਇਆ ਹੈ, ਅਸੀਂ ਉਸ ਦਾਤੇ ਦਾ ਰੂਪ ਹਾਂ, ਸਾਡੇ ਵਿੱਚ ਬੈਠਾ ਹੈ। ਮੈਂ ਉਹਨੂੰ ਆਪਣੀ ਜ਼ਿੰਦਗੀ 'ਚੋਂ ਭੁਲਾ ਨਾ ਦੇਵਾਂ, ਯਾਨੀ ਕਿ ਮੈਂ ਆਪਣੀ ਜ਼ਿੰਦਗੀ 'ਚੋਂ ਚੰਗਿਆਈ ਵਿਸਾਰ ਨਾ ਦੇਵਾਂ। ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਹੁਣ ਉਸ ਦਾਤੇ ਨੂੰ ਮੈਂ ਭੁੱਲ ਨਾ ਜਾਵਾਂ, ਉਹਦੇ ਵਾਸਤੇ ਮੈਂ ਕੀ ਕਰਾਂ? ਕੋਈ ਮੂਰਤੀ ਬਣਾ ਲਵਾਂ, ਕੋਈ ਫੋਟੋ ਤਿਆਰ ਕਰ ਲਵਾਂ, ਕੋਈ ਇਹੋ ਜਿਹੀ ਸੀਨਰੀ ਬਣਾ ਲਵਾਂ ਜਿਹਦੇ ਵੱਲ ਵੇਖ ਕੇ ਮੈਨੂੰ ਚੇਤਾ ਰਹਿ ਸਕੇ ਵੀ ਦਾਤਾ ਇੱਕ ਹੀ ਹੈ। ਮਹਾਰਾਜ ਮੈਨੂੰ ਕੋਈ ਤਰੀਕਾ ਦੱਸੋ ਜੋ ਦਾਤਾ ਮੈਨੂੰ ਭੁੱਲੇ ਨਾ। ਮੈਂ ਕਿਹੜਾ ਤਰੀਕਾ ਵਰਤਾਂ? ਜਿਵੇਂ ਅੱਜ ਆਮ ਹੀ ਸਮਾਜ ਵਿੱਚ ਕਿਹਾ ਜਾਂਦਾ, ਜੀ ਸਾਡਾ ਧਿਆਨ ਉਖੜ ਜਾਂਦਾ, ਫਿਰ ਅਸੀਂ ਬਾਣੀ ਪੜ੍ਹਨ ਲੱਗਿਆ ਧਿਆਨ ਕਿਹ 'ਚ ਟਿਕਾਈਏ।
मैं उसकी कोई मूर्ति बना लवां, कोई ਉਹਨੂੰ मैं कोई स्थापित कर लवां, मैं किदां दा तरीका अपनावां ਜਿਹਦੇ ਕਰਕੇ ਉਹਨੂੰ मैं भुला ना सकां। ते महाराज जप ਦੀ इस बाणी ਵਿੱਚ 5ਵੀਂ नंबर पौड़ी ਵਿੱਚ ਜਿਹੜੀ विचार दे रहे ने, गुरुदेव जी समझा रहे ने, थापिया ना जाए। हुण जप ਦੀ 5 नंबर पौड़ी ਦੇ ਆਰੰਭ ਵਿੱਚ जो विचार दे रहे ने, कहते थापिया ना जाए, ਉਹਨੂੰ ਸਥਾਪਿਤ नहीं किया जा सकता, ਕੀਤਾ ना होए, ਉਹ ਸਾਡੇ ਬਣਾਇਆ ਬਣ नहीं सकता। ਵੱਖਰੀ ਗੱਲ है कि अज लोगों ने रब भी बना धरे, अज रब भी अपनी मुताबिक अपनी मर्जी का रब बनाया है। किसी ने पत्थर का बनाता, किसी ने लकड़ का बनाता, किसी ने पेपर का बनाता, कोई कहता जी आह रब है, तुसीं इत्थे आण के मत्थे टेको। वो विद्वान ने लिखिया सी ना, बुतों क्या खूब तरक्की की, जब तराशे ना थे तो पत्थर से तराशे गए तो खुदा बन गए। ओह पत्थर ਜਿਹਦੇ ਤੇ कभी जानवर आण के विठा करते सन, जिस पत्थर ਨੂੰ ਬੰਦੇ ਦਾ ਹੱਥ नहीं सी लगा, ਬੰਦੇ ਦਾ ਹੱਥ ਲੱਗਣ ਦੀ ਦੇਰ ਸੀ, ਉਹਦੇ ਨੱਕ ਬੁੱਲ ਤਿਆਰ ਕਰ ਦਿੱਤੇ ਤੇ ਲੋਕ ਭਗਵਾਨ ਸਮਝ ਕੇ ਉਹਦੇ ਗਾੜੀ ਮੱਥੇ ਟੇਕਣ ਲੱਗ ਪਏ। ਗੁਰਦੇਵ ਜੀ ਨੇ ਕਿਹਾ, ਬੰਦਿਆ ਉਹ ਮਾਲਕ ਤੇਰੇ ਅੰਦਰ ਬੈਠਾ ਹੋਇਆ, ਉਹਨੂੰ ਸਥਾਪਿਤ ਕਰਨ ਦੀ ਲੋੜ ਨਹੀਂ। ਭਾਵੇਂ ਕਿ ਵੱਖਰੀ ਗੱਲ ਹੈ ਕਿ ਅੱਜ ਰੱਬ ਸਥਾਪਿਤ ਕੀਤੇ ਹੋਏ ਨੇ। ਇੱਕ ਗੱਲ ਦਾ ਹੋਰ ਖਿਆਲ ਰੱਖਣਾ, ਜਿਵੇਂ भगत कबीर जी ने अपनी बाणी में ये बख्शिश भरे बचन किए ना भी अल्लाह एक मसीत बस्त है। जिवें जो वो किसी मुसलमान भरा ते सवाल करते भी अल्लाह कित्थे रहिंदा, वो कहना मसीत विच रहिंदा है। तो हिंदू वीर नूं पुछदे ने तेरा भगवान कित्थे रहिंदा है, वो कहना मूर्ति विच नमाज करदा। ते भगत कबीर जी ने बहुत प्यारा सवाल किया सी भी हिंदू अल्लाह एक मसीत बस्त है, जे अल्लाह एक मसीत विच वसदा है तो अवर मुल्क किस केरा, बाकी दुनिया नूं कौन चला रहा है। हिंदू मूर्त नाम निवासी, हिंदू वीर नूं कहा भी जे तेरा भगवान मूर्ति च निवास करदा ते बाकी दुनिया किहदे आसरे चलदी। हिंदू मूर्त नाम निवासी, दो मैं तत नहेरा, तुहानूं दोवां नूं असलीयत दा नहीं पता। हुण एक गल बहुत वड्डी सी, किसी दी आस्था दे उत्ते सट मारनी, क्योंकि उन्हां दा अकीदा सी वो पत्थर नूं भगवान कहंदा सी, वो मक्के विच अल्लाह नूं मनदा सी, पर परवाह नहीं कीती सच जिहड़ा सच है। जिवें अज साडे समाज विच कोई जदों प्रचारक गुरबाणी दी रोशनी विच कोई अंध विश्वास के उत्ते विचार दिंदा है, भाई आ ना करो, तो कहते साडी शरधा तोड़ते हैं जी। याद रखना, ये शरधा नहीं अंध विश्वास है, अज्ञानता है। वो अज्ञानता उडनी है जो ज्ञान की हनेरी आनी है, भावें वो किसी साध ते बनी होवे, किसी बाबे ते बनी होवे, भावें गुरु दे नाल जुड़ियां हुई चीज़ों ते बनी होवे, क्योंकि गुरु ने सानू शब्द विचार बख्शिश किया है। तो महाराज जी इत्थे गल बड़ी प्यारी कर रहे हैं कि मैनू वो भुल ना जाए, मैं किहड़ा तरीका वरतां, उन्होंने मैं स्थापित कर लवां। कहते ना भाई, जिवें वो कहते दखण देश हरी का वासा, पश्चिम अल्लाह मकामा, गुरमतां दी दिल में खोज, दिले दिल खोजो यही ठौर मुकामा। वो तेरे दिल च वसदा है, तेरे अंदर है, यानी कि तू उहदा हिस्सा है। अपने आप नूं खोज, इहो ही उहदी प्राप्ति है, यानी कि अपने आप नूं सवार ला। गुरुदेव महाराज कहते थापिया ना जाए, उन्होंने स्थापित नहीं किया जा सकता ते कीता ना होए, यानी कि तेरे कीतियां हो नहीं सकता, तू उन्होंने बनाना चाहे। तो हुण जिवें जदों हिंदू वीर मंदिर जाता, वो अपने भगवान नूं मिलण जाता, उहदे कहण मुताबक है, वो कहता जी मैं अपने भगवान दे दर्शन करन चले। मुसलमान भरा जिहड़े आ मक्के अपने अल्लाह नूं मिलण जांदे, उन्हां दे कहण मुताबक अल्लाह मसीत विच वसदा है। पर जे सिख नूं पुछो तूं कित्थे चलिया, तो सिखां विच भी ये शब्द अज प्रचलित है, मैं गुरु घर चलिया। उहदे मुताबक गुरुद्वारा गुरु का घर है, पर बल्कि शब्द गुरु घर नहीं है, गुरुद्वारा है। तुसीं आम वेखिया होएगा गुरुद्वारा लिखिया हुंदा है। जे वो गुरु घर है तो संसार किहदा घर है? बाणी ते आंदी है भी गुर कै गृह सेवक जो रहे, गुर की आज्ञा मन में सै। सारा संसार ही गुरु का घर है। गुर मेरे संग सदा है नाले। असी गुरुद्वारे गुरु रब नूं मिल नहीं जाते, असी व्यापक रब बारे गुरुद्वारे समझण जाने आ। जिहड़ा रब साडे सारिਆਂ ਵਿੱਚ समाया होया, असी उस रब बारे, उस मालक की सिक्ख्या बारे, जो सानू इंज कह लो गुरुद्वारा एक स्कूल है जिथों असी लैसन लैन जाने, जिथों असी सिक्ख्या लैन जाने। वक्री गल है कि अज असी झाड़ पूंज करके बाहरी तौर पर उत्थे भज नस करके आ जाने आ, कोई टामा जिहड़ा उत्थों गुरु की विचार लैन, गुरुद्वारेों सोझी लैन जाना। गुरु द्वारे होए सोझी पाए सी। वक्री गल है आ ना अज सोझी देण दा उत्थे प्रबंध इन्ना वधिया हैगा, ना कोई सोझी लैण वास्ते जांदा है। ते जे तुसीं ये कहो कि वेखो जी असी इन्ना लंबा टाइम कह सानू असीं सिक्ख्या कोई नहीं, वास्तव में सिखाया नहीं गया। सिखाउण नूं तां 4-4 5-5 दिनां दे विच बच्चिआं नूं
ਜਿਹੜੇ ਬੱਚੇ ਕਦੀ ਸਟੇਜ ਤੇ ਨਹੀਂ ਚੜ੍ਹੇ ਉਹਨਾਂ ਨੂੰ ਕਲਾਸਾਂ ਲਾ ਕੇ ਤਿਆਰ ਕੀਤਾ ਜਾਂਦਾ। ਉਹ ਬੱਚੇ ਸੁਣਦੇ ਆ, ਵਿਚਾਰ ਦਿੰਦੇ ਆ, ਤੇ 4-5 ਦਿਨ ਦੇ ਕੈਂਪ ਜਦੋਂ ਬੱਚੇ ਘਰ ਜਾ ਕੇ ਮਾਂ-ਬਾਪ ਨੂੰ ਦੱਸਦੇ ਨੇ, ਮਾਂ-ਬਾਪ ਖੁਦ ਹੈਰਾਨ ਹੋ ਜਾਂਦੇ ਨੇ। ਬਾਪ ਹੈਰਾਨ ਹੋ ਜਾਂਦਾ ਕਿ ਮੈਂ ਗੁਰਦੁਆਰੇ ਦਾ ਪ੍ਰਧਾਨ ਸੀ ਅੱਜ ਤੋਂ 30 ਸਾਲ ਦਾ ਲਗਾਤਾਰ ਦਾ, ਇਹਨਾਂ ਬਾਣੀ ਦੇ ਅਰਥਾਂ ਦਾ ਤੇ ਮੈਨੂੰ ਨਹੀਂ ਪਤਾ, ਜਿਹੜਾ ਪੋਤਰਾ ਮੈਨੂੰ ਦੱਸ ਰਿਹਾ। ਇਹਦਾ ਅਰਥ ਇਹ ਹੋਇਆ ਨਾ ਕਿ ਪ੍ਰਧਾਨ ਗੁਰਦੁਆਰਾ ਸਿੱਖਣ ਨਹੀਂ ਸੀ ਜਾ ਰਿਹਾ, ਪੋਤਰਾ 4 ਦਿਨ ਕਲਾਸਾਂ ਲਾ ਕੇ ਸਿੱਖ ਗਿਆ। ਗੱਲ ਇੱਥੇ ਡਿਪੈਂਡ ਕਰਦੀ ਹੈ, ਅਸੀਂ ਸਿੱਖਣ ਵਾਸਤੇ ਨਹੀਂ ਆਉਂਦੇ, ਨਾ ਸਿਖਾਉਣ ਦਾ ਸਿੱਖਣ ਦਾ ਪ੍ਰਬੰਧ ਅਸੀਂ ਗੁਰਦੁਆਰਿਆਂ 'ਚ ਕਰ ਸਕੇ ਹਾਂ। ਅਸੀਂ ਗੁਰਦੁਆਰੇ ਜਿਨ੍ਹਾਂ ਮਕਸਦ ਲਈ ਬਣਾਏ ਸੀ ਉੱਥੇ ਕਲਾਸ ਲੱਗਣੀ ਚਾਹੀਦੀ ਸੀ, ਉੱਥੇ ਗੁਰਮਤਿ ਦੀ ਕੋਈ ਵਿਚਾਰ ਚਰਚਾ ਹੋਣੀ ਚਾਹੀਦੀ ਸੀ, ਪਰ ਆਏ ਉੱਥੇ ਮੱਥਾ ਟੇਕਿਆ, ਪਰਿਕਰਮਾ ਕੀਤੀਆਂ ਤੇ ਘਰ ਨੂੰ ਚਲੇ ਗਏ। ਗੁਰੂ ਸਾਹਿਬ ਨੇ ਜਿਹੜੀ ਬਖਸ਼ਿਸ਼ ਕੀਤੀ ਇੱਥੇ ਯਾਦ ਰੱਖਣਾ, ਕਹਿੰਦੇ ਉਹਨੂੰ ਤੂੰ ਸਥਾਪਿਤ ਨਹੀਂ ਕਰ ਸਕਦਾ। ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਉਹ ਆਪਣੇ ਆਪ ਤੋਂ, ਜਿਹੜਾ ਆਪਣੇ ਆਪ ਤੋਂ ਆਪ ਬਣਿਆ, ਜਿਹੜਾ ਸਹਿਭੰਗ ਹੈ, ਉਹਨੂੰ ਤੂੰ ਕਿੱਦਾਂ ਸਥਾਪਿਤ ਕਰ ਸਕਦਾ ਵੇ? ਨਿਰੰਜਨ ਸੋਏ ਦਾ ਅਰਥ ਕੀ ਹੈ? ਉਹ ਮਾਇਆ ਦੀ ਕਾਠ ਤੋਂ ਰਹਿ ਤੇ ਆਪੇ ਆਪ ਨਿਰੰਜਨ ਸੋਏ। ਜਿਵੇਂ ਭਗਤ ਰਾਮਾਨੰਦ ਜੀ ਬਾਣੀ ਵਿੱਚ ਕਹਿੰਦੇ, ਕੱਤ ਜਾਈਏ ਰੇ ਘਰ ਲਾਗੋ ਰੰਗ। ਕਹਿੰਦੇ ਇੱਕ ਦਿਨ ਮੇਰੇ ਮਨ 'ਚ ਵੀ ਚਾਹ ਪੈਦਾ ਹੋਇਆ ਕਿ ਮੈਂ ਵੀ ਜਾ ਕੇ ਭਗਵਾਨ ਦੀ ਪੂਜਾ ਕਰਾਂ। ਕਹਿੰਦੇ ਮੈਂ ਵੀ ਇੱਕ ਥਾਲ ਲੈ ਲਿਆ, ਉਹਦੇ ਵਿੱਚ ਦੀਵੇ ਰੱਖ ਲਏ, ਫੁੱਲ ਰੱਖ ਲਏ, ਸਮੱਗਰੀ ਰੱਖ ਲਈ, ਪੂਜਾ ਕਰਨ ਤੁਰ ਪਿਆ। ਕੱਤ ਜਾਈਏ ਰੇ ਘਰ ਲਾਗੋ ਰੰਗ, ਮੇਰਾ ਚਿੱਤ ਨਾ ਚੱਲੇ। ਹੁਣ ਮੇਰਾ ਚਿੱਤ ਚੱਲੇ, ਚਿੱਤ ਤੁਰਦਾ ਹੈ, ਜਿਵੇਂ ਸਰੀਰ ਤੁਰਦਾ, ਚਿੱਤ ਵੀ ਤੁਰਦਾ। ਚਿੱਤ ਦੀ ਤਾਂ ਬਹੁਤ ਜ਼ਿਆਦਾ ਰਫ਼ਤਾਰ ਹੈ। ਮਨ, ਜਿਹਨੂੰ ਚਿੱਤ ਮਨ ਕਹਿੰਦੇ ਆਪਾਂ, ਮਨ ਦੀ ਤਾਂ ਬਹੁਤ ਤੇਜ਼ ਰਫ਼ਤਾਰ ਹੈ। ਤਨ ਕਿਤੇ ਹੋਰ ਬੈਠਾ, ਮਨ ਕਿਤੇ ਹੋਰ ਤੁਰਿਆ ਫਿਰਦਾ। ਮੇਰਾ ਚਿੱਤ ਨਾ ਚੱਲੇ, ਮਨ ਭਇਓ ਪੰਗ। ਅੱਜ ਮੇਰਾ ਮਨ ਪੰਗ ਹੋ ਗਿਆ, ਪਿੰਗਲਾ ਹੋ ਗਿਆ। ਮੇਰਾ ਚਿੱਤ ਨਾ ਚੱਲੇ, ਮਨ ਭਇਓ ਪੰਗ। ਏਕ ਦਿਵਸ ਮਨ ਭਈ ਉਮੰਗ। ਇੱਕ ਦਿਨ ਮਨ 'ਚ ਚਾਅ ਚੜਿਆ, ਕਸ ਚੰਦਨ ਚੋਆ ਬਹੁ ਸੁਗੰਧ। ਚੰਦਨ ਲੈ ਲਿਆ, ਚੋਆ ਲੈ ਲਿਆ, ਜੋ ਸਮੱਗਰੀ ਵਾਸਤੇ ਸਮਾਨ ਚਾਹੀਦਾ ਸੀ ਉਹ ਲੈ ਲਿਆ। ਕਸ ਚੰਦਨ ਚੋਆ ਬਹੁ ਸੁਗੰਧ, ਪੂਜਨ ਚਾਲੀ ਬ੍ਰਹਮ ਠਾਏ। ਪੂਜਾ ਕਰਨ ਵਾਸਤੇ ਤੁਰ ਪਈ ਕਿ ਬ੍ਰਹਮ ਦੀ ਜਗ੍ਹਾ ਇੱਥੇ ਰੱਬ ਬੈਠਾ ਹੈ, ਆਹ ਰੱਬ ਦਾ ਘਰ ਹੈ। ਸੋ ਬ੍ਰਹਮ ਬਤਾਇਓ ਗੁਰ ਮਨ ਹੀ ਮਾਏ, ਗੁਰਾ ਇੱਕ ਦੇ ਬੁਝਾਈ। ਗੁਰੂ ਨੇ ਆ ਇੱਕ ਗੱਲ ਸਮਝਾ ਦਿੱਤੀ ਕਿ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਤੇ ਉਹ ਥਾਪਿਆ ਨਾ ਜਾਏ, ਕੀਤਾ ਨਾ ਹੋਏ। ਜੇ ਕਾਸ਼ ਕਿਤੇ ਸਿੱਖ ਕੌਮ ਨੇ ਜਪਜੀ ਸਾਹਿਬ ਦੇ ਇਹਨਾਂ ਤੁਕਾਂ ਨੂੰ ਸਮਝਿਆ ਹੁੰਦਾ। ਹੁਣ ਇਹ ਕੋਈ ਬਹੁਤ ਵੱਡੀ ਗੱਲ ਨਹੀਂ। ਗੁਰੂ ਗ੍ਰੰਥ ਸਾਹਿਬ ਦੀ ਪਹਿਲੀ ਬਾਣੀ ਜਪ, ਤੇ ਜਪ ਬਾਣੀ ਦੀ ਇਹ 5ਵੀਂ ਨੰਬਰ ਪੌੜੀ ਆਪਾਂ ਵਿਚਾਰ ਰਹੇ ਹਾਂ। ਗੁਰੂ ਗ੍ਰੰਥ ਸਾਹਿਬ ਦੀਆਂ ਸੰਪਟ ਲੱਗ ਰਹੇ ਨੇ, ਇਹ ਕੋਤਰੀਆਂ ਹੋ ਰਹੀਆਂ ਨੇ। ਇੱਕ ਅਖੰਡ ਪਾਠ ਦਾ ਭੋਗ ਪੈਂਦਾ, ਦੂਜਾ ਅਖੰਡ ਪਾਠ ਸ਼ੁਰੂ ਹੋ ਜਾਂਦਾ, ਦੂਜੇ ਪਾਠ ਦਾ ਭੋਗ ਪੈਂਦਾ, ਤੀਜਾ ਸ਼ੁਰੂ ਹੋ ਜਾਂਦਾ। ਇਹ ਕੋਤਰੀਆਂ ਹੋ ਰਹੀਆਂ ਨੇ। ਕਾਸ਼ ਅਸੀਂ ਵਿਚਾਰਿਆ ਹੁੰਦਾ, ਆ ਪਖੰਡਵਾਦ ਇਹਨਾਂ ਸਾਡੇ ਸਮਾਜ ਵਿੱਚ ਕਦੀ ਨਾ ਹੁੰਦਾ। ਅਸੀਂ ਖੁਦ ਆਪ ਗੁਰਬਾਣੀ ਪੜ੍ਹਦੇ, ਅਸੀਂ ਕਿਸੇ ਦੇ ਮੁਹਤਾਜ ਨਾ ਹੁੰਦੇ। ਤੂੰ ਮੇਰੀ ਅਰਦਾਸ ਕਰ ਭਾਈ, ਤੂੰ ਵਿਚੋਲਗਿਰੀ ਨਾ ਕਰਦਾ। ਅੱਜ ਮਾਫ਼ ਕਰਨਾ, ਗੁੱਸਾ ਨਾ ਮਨਾਇਓ, ਅੱਜ ਸਾਡੇ ਵਿਚੋਲੇ ਬਣ ਕੇ ਬਹਿ ਗਏ। ਭਾਵੇਂ ਉਹ ਬਾਬੇ ਨੇ, ਭਾਵੇਂ ਰਾਗੀ ਨੇ, ਭਾਵੇਂ ਪ੍ਰਚਾਰਕ ਨੇ, ਅੱਜ ਵਿਚੋਲਗਿਰੀ ਕਰ ਰਹੇ ਨੇ। ਗੁਰੂ ਦੀ ਵਿਚਾਰ ਸਾਡੇ ਸਮਾਜ ਵਿੱਚ ਲਿਆ ਕੇ ਬਾਰ-ਬਾਰ ਜੋ ਸਾਨੂੰ ਗੁਰਮਤਿ ਦੱਸੀ ਜਾ ਰਹੀ ਹੈ, ਅਸੀਂ ਜ਼ਿੰਦਗੀ ਨੂੰ ਜਿਉਣਾ ਕਿਵੇਂ ਹੈ, ਜ਼ਿੰਦਗੀ ਨੂੰ ਬਸਰ ਕਿਵੇਂ ਕਰਨਾ ਹੈ, ਆਪਣੀ ਜ਼ਿੰਦਗੀ ਨੂੰ ਖੂਬਸੂਰਤ ਕਿਵੇਂ ਬਣਾਉਣਾ ਹੈ। ਪਾਤਸ਼ਾਹ ਨੇ ਸਾਨੂੰ ਇਹ ਬਖਸ਼ਿਸ਼ ਭਰੇ ਬਚਨ ਕਹੇ ਕਿ ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਜਿਨ ਸੇਵਿਆ ਤਿਨ ਪਾਇਆ ਮਾਣ। ਤੇ ਪਾਤਸ਼ਾਹ ਜਿਹੜੀ ਵਿਚਾਰ ਦਿੰਦੇ ਨੇ, ਉਹਨਾਂ ਭਗਤਾਂ ਦੀ ਬਾਣੀ ਆਪ ਇਸੇ ਕਰਕੇ ਲੈ ਕੇ ਆਏ ਜਿਨ੍ਹਾਂ ਦੇ ਵਿਚਾਰ ਏਡੇ ਨਿੱਗਰ ਸਨ। ਜਿਹੜੇ ਕਹਿੰਦੇ ਕੱਤ ਜਾਈਏ ਰੇ ਘਰ ਲਾਗੋ ਰੰਗ, ਮੇਰਾ ਚਿੱਤ ਨਾ ਚੱਲੇ, ਮਨ ਭਇਓ ਪੰਗ। ਏਕ ਦਿਵਸ ਮਨ ਭਈ ਉਮੰਗ, ਦਸ ਚੰਦਨ ਚੋਆ ਬਹੁ ਸੁਗੰਧ। ਪੂਜਨ ਚਾਲੀ ਬ੍ਰਹਮ ਠਾਏ, ਸੋ ਬ੍ਰਹਮ ਬਤਾਇਓ ਗੁਰ ਮਨ ਹੀ ਮਾਏ। ਉਹ ਬ੍ਰਹਮ ਵਿਖਾ ਦਿੱਤਾ, ਕਿਉਂਕਿ ਜੈ ਜਾਈਏ ਤੂੰ ਜਲ ਪਖਾਨ। ਜਿੱਥੇ ਵੇਖੀਏ ਉੱਥੇ ਪਾਣੀ ਤੇ ਪੱਥਰ ਹੈ, ਤੂੰ ਪੂਰ ਰਹਿਓ ਹੈ ਸਭ ਸਮਾਨ। ਵੇਦ ਪੁਰਾਣ ਸਭ ਦੇਖੈ ਜੋਏ, ਪੜ੍ਹ ਕੇ ਵੇਖ ਲੈ ਧਾਰਮ ਗ੍ਰੰਥ। ਹੁਣ ਸਮਝ ਆ ਗਈ ਆ, ਹੁਣ ਆਪਣੇ ਗੁਰੂ ਦੀ ਬਾਣੀ ਪੜ੍ਹ ਕੇ ਸਮਝ ਆ ਗਈ ਹੈ। ਉਹਾਂ ਤੋਂ ਜਾਈਏ ਜੋ ਇਹਾਂ ਨਾ ਹੋਏ। ਬਾਹਰ ਜਾ ਕੇ ਤੇ ਮੈਂ ਦੂਜਿਆਂ ਨੂੰ ਛਬੀਲਾਂ ਲਾ ਲਾ ਕੇ, ਰੱਸੇ ਬੰਨ ਕੇ ਪਾਣੀ ਤੇ ਤਾਂ ਪਿਆਵਾਂ ਜੇ ਘਰ 'ਚ ਪਿਓ 'ਚ ਰੱਬ ਨਾ ਹੋਵੇ। ਤੇ ਕਰ ਸੱਸ 'ਚ, ਮਾਂ 'ਚ, ਭੈਣਾਂ ਭਰਾਵਾਂ 'ਚ, ਸਕਿਆਂ ਭਰਾਵਾਂ ਨਾਲ ਧੋਖੇ ਕਰਨ ਵਾਲੇ ਸੇਵਾ ਦੇ ਅਡੰਬਰ ਕਰਦੇ ਨੇ। ਆਪਣੇ ਰਿਸ਼ਤੇਦਾਰਾਂ ਦੇ ਨਾਲ ਧੋਖੇ ਬੇਈਮਾਨੀਆਂ ਕਰਨ ਵਾਲੇ ਦੂਜੇ ਨੂੰ ਲੰਗਰ ਲਾ ਕੇ ਸੇਵਾਦਾਰੀ ਦਾ ਦਾਅਵਾ ਕਰਦੇ ਨੇ ਕਿ ਸਾਡੇ ਵਰਗਾ ਸੇਵਾਦਾਰ ਕੋਈ ਨਹੀਂ ਹੈ। ਪਾਤਸ਼ਾਹ ਸਿਖਾਉਂਦੇ ਨੇ, ਬੰਦਿਆ ਜ਼ਿੰਦਗੀ ਜਿਉਣ ਦਾ ਤਰੀਕਾ ਸਿੱਖ। ਉਹਾਂ ਤੋਂ ਜਾਈਏ ਜੋ ਇਹਾਂ ਨਾ ਹੋਏ। ਸਤਿਗੁਰ ਮੈਂ ਬਲਿਹਾਰੀ ਤੋਰ, ਮੈਂ ਕੁਰਬਾਨ ਜਾਨਾ ਸਤਿਗੁਰ ਜੀ ਤੁਹਾਡੇ ਤੋਂ। ਗੁਰਾ ਇੱਕ ਦੇ ਬੁਝਾਈ।
सतगुर मैं बलिहारी तोर, जिन सकल बिकल भ्रम काटे मोर। रामानंद स्वामी रमत ब्रह्म, गुर का शब्द काटे कोट कर्म। कर्म मीन आदतां सुभाਅ, ਉਹ ਮਾੜੇ ਖਿਆਲ ਮੇਰੇ ਗੁਰੂ ਦੇ ਸ਼ਬਦ ਨੇ, ਗੁਰੂ ਦੀ ਸਿੱਖਿਆ ਨੇ ਕੱਟ ਦਿੱਤੇ, ਜ਼ਿੰਦਗੀ ਖੂਬਸੂਰਤ ਬਣਾ ਦਿੱਤੀ, ਜ਼ਿੰਦਗੀ ਵਧੀਆ ਬਣਾ ਦਿੱਤੀ। ਬਾਣੀ ਤੇ ਆਪ ਪੜ੍ਹਨੀ ਸੀ, ਜਿਵੇਂ ਬਾਕੀ ਦੁਨਿਆਵੀ ਕੰਮ ਅਸੀਂ ਖੁਦ ਆਪਣੇ ਆਪ ਕਰਕੇ ਖੁਸ਼ ਹੁੰਦੇ ਹਾਂ, ਇੱਦਾਂ ਸਿੱਖ ਨੇ ਖੁਦ ਬਾਣੀ ਪੜ੍ਹਨੀ ਸੀ, ਖੁਦ ਆਪਣੀ ਜ਼ਿੰਦਗੀ 'ਚ ਗੁਰਬਾਣੀ ਦੀਆਂ ਵਿਚਾਰਾਂ ਲੈ ਕੇ ਆਉਣੀਆਂ ਸੀ ਕਿ ਅਸੀਂ ਆਪਣੀ ਜ਼ਿੰਦਗੀ 'ਚ ਇਹ ਪੱਖ ਕਿਵੇਂ ਮਜ਼ਬੂਤ ਕਰਨਾ ਹੈ। ਸਾਡੇ ਵਿੱਚ ਐਸਾ ਕੰਮ ਨਹੀਂ ਸੀ ਕਿ ਸਾਨੂੰ ਕੋਈ ਬਾਣੀ ਪੜ੍ਹੇ ਸਾਡੇ ਲਈ, ਅਸੀਂ ਆਪ ਬਾਣੀ, ਜਿਵੇਂ ਰੋਟੀ ਅਸੀਂ ਆਪਣੇ ਲਈ ਆਪ ਖਾਂਦੇ ਹਾਂ, ਇਸ਼ਨਾਨ ਅਸੀਂ ਆਪਣੇ ਲਈ ਆਪ ਕਰਦੇ ਹਾਂ, ਇੱਦਾਂ ਅਸੀਂ ਬਾਣੀ ਖੁਦ ਆਪ ਪੜ੍ਹਨੀ ਸੀ। ਜਦੋਂ ਇਹ ਸਮਝ ਆਉਂਦੀ, ਪਤਾ ਲੱਗਦਾ ਕਿ ਭਾਈ ਮੈਂ ਵਿਚੋਲਗਿਰੀ ਨਹੀਂ ਕਰਨੀ, ਮੈਂ ਆਪਣੀ ਬਾਣੀ ਆਪ ਪੜ੍ਹ ਕੇ ਆਪਣੀ ਜ਼ਿੰਦਗੀ ਨੂੰ ਸਵਾਰਨਾ ਹੈ। ਇਹ ਤਾਂ ਮੈਂ ਖੁਦ ਆਪਣੀ ਜ਼ਿੰਦਗੀ 'ਚ ਮਹਿਸੂਸ ਕਰਦਾ। ਇਹ ਤਾਂ ਭਲਾ ਹੋਵੇ ਮਿਸ਼ਨਰੀ ਕਾਲਜਾਂ ਦਾ, ਜਦੋਂ ਤੋਂ ਮਿਸ਼ਨਰੀ ਕਾਲਜ ਆਰੰਭ ਹੋਏ ਨੇ, ਭਾਵੇਂ ਉਹਨਾਂ ਨੂੰ ਕਈ ਸਾਲ ਹੋ ਗਏ ਨੇ, ਸਾਡੇ ਵਰਗੇ ਵੀ ਉੱਥੇ ਸਟੂਡੈਂਟ ਬਣ ਕੇ ਗਏ, ਬਹੁਤ ਕੁਝ ਸਿੱਖਿਆ। ਸੱਚ ਹੈ, ਜਦੋਂ ਕੈਂਪ ਲਾਉਣ ਜਾਈਦਾ ਮਾਣ ਮਹਿਸੂਸ ਹੁੰਦਾ ਹੈ, ਨਹੀਂ ਤਾਂ ਸਾਧਾਂ ਨੇ ਕਦੀ ਜਵਾਕਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਲਾਗੇ ਨਹੀਂ ਸੀ ਆਉਣ ਦੇਣਾ। ਜਿਹੜੇ ਛੋਟੀ ਛੋਟੀ ਉਮਰ ਦੇ ਬੱਚੇ ਨੇ, ਉਹਨਾਂ ਨੂੰ ਸਾਧ ਆਪਣੀ ਸਟੇਜ ਲਾਗੇ ਨਹੀਂ ਸੀ ਜਾਣ ਦਿੰਦੇ। ਬੀਬੀਆਂ ਨੂੰ ਸਾਧ ਆਪਣੇ ਡੇਰੇ ਵਿੱਚ ਕਿਸੇ ਬੀਬੀ ਨੂੰ ਗੁਰੂ ਗ੍ਰੰਥ ਸਾਹਿਬ ਦੀ ਤਾਬਿਆਂ ਨਹੀਂ ਸੀ ਬੈਠਣ ਦਿੰਦੇ, ਅੱਜ ਵੀ ਨਹੀਂ ਬੈਠਣ ਦਿੰਦੇ। ਉਹਨਾਂ ਦੇ ਮਨ ਵਿੱਚ ਕਿ ਸਿਰਫ ਇੱਥੇ ਮਰਿਆਦਾ ਵਾਲੇ ਸਿੰਘ ਹੀ ਬਾਣੀ ਪੜ੍ਹ ਸਕਦੇ ਆ। ਮੈਨੂੰ ਅੱਜ ਵੀ ਯਾਦ ਹੈ, ਜਦੋਂ ਅਸੀਂ ਨਵੇਂ ਕੈਂਪ ਲਾਉਣੇ ਸ਼ੁਰੂ ਕੀਤੇ ਸੀ, ਜਦੋਂ ਕਿਸੇ ਬੱਚੇ ਕੋਲੋਂ ਅਰਦਾਸ ਕਰਾਉਣੀ ਤੇ ਕਈ ਉੱਥੇ ਰੌਲਾ ਪਾਉਂਦੇ ਹੁੰਦੇ ਸੀ, ਬੱਚੇ ਨੇ ਅਰਦਾਸ ਗਲਤ ਕਰ ਦਿੱਤੀ ਜੀ, ਬੱਚਾ ਅਰਦਾਸ ਭੁੱਲ ਗਿਆ ਜੀ, ਮਹਾਰਾਜ ਅਪਮਾਨ, ਹੱਦ ਹੋ ਗਈ। ਕਿਉਂਕਿ ਉਹਨਾਂ ਨੂੰ ਪਤਾ ਸੀ ਜੇ ਅੱਜ ਬੱਚੇ ਅਰਦਾਸਾਂ ਕਰਨ ਲੱਗ ਪਏ, ਖੁਦ ਬਾਣੀ ਆਪ ਪੜ੍ਹਨ ਲੱਗ ਪਏ, ਖੁਦ ਆਪ ਬਾਣੀ ਨੂੰ ਵਿਚਾਰਨ ਲੱਗ ਪਏ, ਤੇ ਉਹ ਦਿਨ ਦੂਰ ਨਹੀਂ, ਸਾਡੀ ਵਿਚੋਲਗਰੀ ਵਿੱਚੋਂ ਖਤਮ ਹੋ ਜਾਣੀ ਹੈ, ਵਿਚੋਲਗਰੀ ਖਤਮ ਹੋ ਜਾਣੀ ਹੈ। ਫਿਰ ਉਹਨੂੰ ਸਮਝਾਇਆ, ਇੱਦਾਂ ਬਹੁਤ ਵੱਡੀ ਜੰਗ ਲੜਨੀ ਪਈ, ਸਮਝਾਇਆ ਭਾਈ ਅੱਜ ਬੱਚਾ ਪੜ੍ਹਦਾ ਹੈ, ਜਦੋਂ ਬੱਚਾ ਘਰ 'ਚ ਛੋਟਾ ਆਪਣੇ ਚਾਚੇ ਨੂੰ ਤਾਤਾ ਕਹਿੰਦਾ ਨਾ, ਤੇ ਚਾਚਾ ਗੁੱਸਾ ਨਹੀਂ ਕਰਦਾ, ਭਾਵੇਂ ਉਹ ਪਿੰਡ ਦਾ ਸਰਪੰਚ ਹੀ ਕਿਉਂ ਨਾ ਹੋਵੇ, ਉਹ ਕਹਿੰਦਾ ਕੋਈ ਗੱਲ ਨਹੀਂ, ਬੱਚਾ ਹੈ ਜੀ, ਜੇ ਉਹਨੇ ਕੋਈ ਸ਼ਬਦ ਉਹ ਜਿਹਾ ਬੋਲ ਵੀ ਦਿੱਤਾ, ਉਹਦੀ ਭਾਵਨਾ ਗਲਤ ਨਹੀਂ ਹੈ। ਬੱਚਿਆਂ ਨੂੰ ਪਾਠ ਕਰਦੇ ਆ, ਅਰਦਾਸ ਕਰਦਾ, ਕੋਈ ਸ਼ਬਦ ਅੱਗੇ ਪਿੱਛੇ ਵੀ ਹੋ ਜਾਣਾ, ਉਹਨਾਂ ਦਾ ਮਨੋਬਲ ਵਧਾਇਆ, ਤੇ ਨਿੱਕੇ ਨਿੱਕੇ ਬੱਚੇ ਆਪਣੇ ਘਰਾਂ 'ਚ ਗੁਰਬਾਣੀ ਪੜ੍ਹਨ ਲੱਗ ਪਏ, ਸਹਿਜ ਪਾਠ ਕਰਨ ਲੱਗ ਪਏ। ਅੱਜ ਜਿੰਨੇ ਵੀ ਮਿਸ਼ਨਰੀ ਅਦਾਰੇ ਨੇ, ਆਪਣੇ ਤੌਰ 'ਤੇ ਉਹ ਯੋਗਦਾਨ ਬਣਦਾ ਪਾ ਰਹੇ ਨੇ, ਤਾਂ ਕਿ ਗੁਰਬਾਣੀ ਦੀ ਵਿਚਾਰ ਦੀ ਸਮਝ ਲੱਗ ਸਕੇ। ਇੱਕ ਲਹਿਰ ਬਣ ਗਈ ਤੇ ਡੇਰਾਵਾਰ ਥਰ ਥਰ ਕੰਬਣ ਲੱਗ ਪਿਆ, ਜਿਨ੍ਹਾਂ ਨੇ ਆਪਣੇ ਡੇਰੇ ਇਸ ਕਰਕੇ ਸਥਾਪਿਤ ਕੀਤੇ ਸੀ, ਆਹ ਰੱਬ ਦਾ ਘਰ ਹੈ, ਰੱਬ ਦੇ ਨਾਂ 'ਤੇ ਆਪਣੇ ਘਰ ਬਣਾ ਛੱਡੇ ਵੀ ਇੱਥੇ ਆਓ, ਇੱਥੋਂ ਦੀ ਅਰਦਾਸ, ਇੱਥੋਂ ਦੁੱਧ ਲੈ ਜਾਓ, ਇੱਥੋਂ ਪੁੱਤ ਲੈ ਜਾਓ। ਜਿਵੇਂ ਕਾਂਸ਼ੀ ਦੇ ਬ੍ਰਾਹਮਣ ਆਉਂਦੇ ਸੀ, ਸਾਡੇ ਕੀਤਾ ਹੋਇਆ ਦਾਨ ਪੁੰਨ ਉਹਦਾ ਫਲ ਜ਼ਿਆਦਾ। ਸਾਧ ਸੰਗਤ ਜੀ, ਡੇਰੇਦਾਰਾਂ ਵੀ ਇੰਝ ਹੀ ਕਿਹਾ ਸੀ, ਸਾਡੇ ਡੇਰੇ ਦੀ ਕੀਤੀ ਅਰਦਾਸ, ਸਾਡੇ ਡੇਰੇ ਕੀਤਾ ਪਾਠ, ਇਹਦਾ ਫਲ ਜ਼ਿਆਦਾ ਹੈ। ਅਗਲੇ ਕਹਿੰਦੇ ਸੀ, ਦਾਅਵਾ ਕਰਦੇ ਸੀ, ਉਹ ਕਹਿੰਦੇ ਸਾਡੇ ਡੇਰੇ ਕੀਤੀ ਅਰਦਾਸ, ਇੱਥੋਂ ਦੁੱਧ ਲੈ ਜਾਓ, ਇੱਥੋਂ ਪੁੱਤ ਲੈ ਜਾਓ। ਗੁਰੂ ਸਾਹਿਬ ਦੇ ਵਿਚਾਰ ਆਪ ਪੜ੍ਹੇ ਹੁੰਦੇ, ਸਮਝੇ ਹੁੰਦੇ, ਤੇ ਸਾਨੂੰ ਪਤਾ ਲੱਗਦਾ ਕਿੰਨੇ ਸੋਹਣੇ ਮੋਤੀ ਪਰੋ ਕੇ ਗੁਰਦੇਵ ਨੇ ਸਾਨੂੰ ਬਾਣੀ ਵਿੱਚ ਦਿੱਤੇ ਨੇ। ਫਿਰ ਗੱਲ ਨੂੰ ਸਮਝਣਾ, ਗੁਰਾ ਇੱਕ ਦੇ ਬੁਝਾਈ, ਹੇ ਮੇਰੇ ਗੁਰੂ ਜੀ, ਮੈਨੂੰ ਇੱਕ ਗੱਲ ਬੁਝਾ ਦਿਓ, ਸਮਝਾ ਦਿਓ ਕਿ ਸਭਨਾ ਜੀਆਂ ਕਾ ਇੱਕ ਦਾਤਾ, ਸਾਰਿਆਂ ਜੀਵਾਂ ਦਾ ਦਾਤਾ ਇੱਕ ਜਿਹੜਾ ਮੇਰੇ ਨਾਲ ਹੈ, ਸੋ ਮੈਂ ਵਿਸਰ ਨਾ ਜਾਈ, ਮੈਂ ਉਹਨੂੰ ਆਪਣੀ ਜ਼ਿੰਦਗੀ 'ਚੋਂ ਭੁਲਾ ਨਾ ਦੇਵਾਂ। ਤੇ ਫਿਰ ਇਹਦੇ ਵਾਸਤੇ ਕੀ, ਮੈਂ ਉਹਦੀ ਕੋਈ ਮੂਰਤੀ ਬਣਾਵਾਂ, ਉਹਦਾ ਕੋਈ ਮੈਂ ਆਕਾਰ ਬਣਾਵਾਂ? ਕਹਿੰਦੇ ਨਹੀਂ, ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ, ਕਿਉਂਕਿ ਘਰ ਮੈਂ ਠਾਕੁਰ ਨਜ਼ਰ ਨਾ ਆਵੇ। ਜਿਹੜਾ ਤੇਰੇ ਹਿਰਦੇ ਰੂਪੀ ਘਰ ਵਿੱਚ ਬੈਠਾ, ਉਹ ਤੇ ਦਿਸ ਨਹੀਂ ਰਿਹਾ ਤੈਨੂੰ। ਗਲ ਮੈਂ ਪਾਹਣ ਲੈ ਲਟਕਾਵੇ, ਗਲ ਵਿੱਚ ਤੂੰ ਰੱਬ ਦੇ ਨਾਂ ਦਾ ਪੱਥਰ ਲਮਕਾ ਕੇ ਬੈਠਾ। ਭਰਮੇ ਭੁੱਲਾ ਸਾਕਤ ਫਿਰਤਾ, ਭਰਮ ਵਿੱਚ ਭੁੱਲਾ ਹੋਇਆ ਸਾਕਤ ਤੁਰਿਆ ਫਿਰਦਾ, ਤੇ ਨੀਰ ਬਰੋਲਾ ਖੱਪ ਖੱਪ ਮਰਤਾ। ਨੀਰ ਬਰੋਲਦਾ ਹੈ, ਪਾਣੀ 'ਚ ਮਧਾਣੀ ਪਾ ਕੇ ਬੈਠਾ। ਯਾਦ ਰੱਖਣਾ, ਪਾਣੀ 'ਚ ਮਧਾਣੀ ਪਾ ਕੇ ਰਿੜਕੀ ਜਾਏ, ਚੋਂ ਕੱਖ ਨਹੀਂ ਨਿਕਲਣਾ। ਦਹੀਂ 'ਚ ਮਧਾਣੀ ਪਾਏਗਾ, ਵਿੱਚੋਂ ਤੈਨੂੰ ਮੱਖਣ ਨਿਕਲੇਗਾ। ਪੰਡਤ ਦਹੀਂ ਵਿਲੋਈਐ ਭਾਈ, ਵਿੱਚੋਂ ਨਿਕਲੇ ਤੱਥ। ਪੰਡਤ ਦਹੀਂ ਵਿਲੋਈਐ ਭਾਈ, ਵਿੱਚੋਂ ਨਿਕਲੇ ਤੱਥ। ਜਲ ਮਥੀਐ ਜਲ ਦੇਖੀਐ, ਇਹ ਜਗ ਇਹਾ ਵਥ। ਜਦੋਂ ਦਹੀਂ 'ਚ ਮਧਾਣੀ ਪਾਈ ਜਾਏਗੀ, ਉਹਦੇ ਵਿੱਚੋਂ ਮੱਖਣ ਨਿਕਲੇਗਾ, ਪਰ ਪਾਣੀ ਨੂੰ ਜਿੰਨਾ ਮਰਜ਼ੀ ਰਿੜਕੀ ਜਾਓ, ਇਹ 'ਚੋਂ ਕੱਖ ਨਹੀਂ ਨਿਕਲਣਾ। ਮਨ ਦੀ ਭੈੜੀ ਮੱਤ ਪਾਣੀ ਹੈ, ਗੁਰੂ ਦੀ ਦਿੱਤੀ ਹੋਈ ਸਿੱਖਿਆ, ਗੁਰੂ ਦਾ ਦਿੱਤਾ ਉਪਦੇਸ਼, ਇਹ ਦਹੀਂ ਹੈ, ਜਿਹਨੂੰ ਅਸੀਂ ਮੰਥਨ ਕਰਾਂਗੇ, ਜੇ ਤੇ ਵਿਚਾਰ ਕਰਾਂਗੇ,
तो साडी जिंदगी की खूबसूरती, सानू जिंदगी जीण दा जो सच्चा ज्ञान बख्शिश प्राप्त होनी है, सानू वो मक्खण विचों निकलेगा। मक्खण की हुंदा? तत्त। जिंदगी जीण दा तरीका आ गया। थापिया ना जाए, कीता ना होए, गुरुदेव जी कहते हैं आपे आप निरंजन सोए। कहने कि वो अपने आप तो आप बने। जे वो सैबंग है तो मैं भी अपनी जिंदगी च निर्भर नहीं होना किसी ते। मैं जिंदगी नूं खूबसूरत बनाने वास्ते मैं अपनी जिंदगी नूं आप जीण दा कारण बनना है। मैं आसरा किसी का नहीं तकना। धर जियरे एक टेक तू लहा बिडानी आस। वो जो बाणी च आख्या धर जियरे एक टेक तू, वो एक किथे तेरे अंदर ते विश्वास किते रखना? अपने आप ते। जो तू अपने आप ते विश्वास रखेगा, अपने अंदर बैठे सच नाल सांझ पाएगा। जो इंटैलीजेंट स्टूडेंट पढ़ते हैं ना, वो माण ना कहते हैं अपने घर नूं कि 98 नंबर लैके पास होवांगा। वो कहते किदां? अगले नूं पता है, अगला अपने विचेतन मन नाल रोज़ गल्लां करदा है, उन्होंने अंदरों विचार मिलती है। क्योंकि तुसीं जिद्दां दे बनना चाहुंदे हो ना, उदां दे संस्कार तुहाडे अंदर घड़े जांदे ने। तुसीं किसी काम नूं करना है तो तुहाडे अंदर दलीलां वो काम करन वालियां आउणगियां। तुसीं किसी काम नूं नहीं करना, तुसीं किसी बंदे नाल बना के रखनी है, तुहाडे अंदर दलीलां आउणगियां उहदी चंगियाई दियां। तुसीं किसी बंदे नूं विगाड़नी है, तुहाडे अंदर विचार आउणगे उहनूं बदनाम करन दे। जिद्दां दे तुसीं काम अपने मन नूं लाउणा चाहुंदे हो, उदां दे लग जांदा। वो तो एडा आग्याकारी है, जिधर लाओगे उधर तुर पवेगा। पातशाह कहते बंदिया जिंदगी जीनी सिख, चंगे चाह ताई तो सोच आखी सी कि मेरी संगत पोच सोच दिन राती। मेरी संगत माड़ियां नाल है, सोच माड़ी होगी। क्योंकि जिद्दां दी सोच हुंदी है उदां दे बंदा कर्म करदा है, ते जिद्दां दे कर्म करदा उदां दीयां आदतां बन जांदियां ने। जो पहलां सोचिया जांदा है, जो सोचता है वो कर्म बनता है। कर्म तो हौली हौली 2 4 5 7 10 वार कर्म तो बाद वो कर्म आदत बन जाती है। तो आदतां बहुत वारी छड्डणियां बहुत औखियां लगदियां ने। ऐसा नहीं छड्डियां नहीं जा सकदियां, पर जंग करनी पैंदी है, लड़ना पैंदा है। तुसीं वेखिया ना जिन्हां नूं नशे दियां जुए दियां आदतां पै जांदियां, माड़े काम करन दियां आदतां पै जांदियां ने, घंटियां बधी उन्हां दे लागे कोई सिर दियां ठीकरियां भन्न के मर जाए, वो फिर उत्थे दे उत्थे आ जाते हैं। ਇਹਦਾ सिर भी मारी जान के हाँ जी हाँ जी ठीक है जी, फिर उत्थे पातशाह इत्थे कहंदे ने थापिया ना जाए, कीता ना होए, आपे आप निरंजन सोए, जिन सेविया जिन उन्होंने सेविया है। हुण सेवन का अर्थ की है? पढ़े लिखे बच्चों को इस गल का पता है। जदों भी कंप्यूटर में कोई तुसीं फाइल नूं लंबा टाइम सांभ के रखना, उन्होंने सेव करना पैंदा है। हुण आपां मोबाइल में किसी कोई बंदा सानूं अपना जो नंबर लिखाउंदा, आपां की कहने भाई नंबर बोलो, उसका नाम लिख के तुसीं सेव कर लेंदे हो। कई बार नंबर याद नहीं हुंदा, पर 2 साल बाद हुण जिहड़े नंबर तुसीं रोज़ फोन ते किसी नूं डायल करदे हो, घर परिवार के नंबर तुहानूं मूँह जवानी याद हुंदे ने, पर किते 6 महीनों बाद साल बाद किसी नंबर की लोड़ पई, आपां मोबाइल विचों नंबर कढ़दे हां जिहड़ा सेव कीता सी, जदों लोड़ पई कढ़ लिया। मैं अपनी जिंदगी च गुरु की सिक्ख्या नूं सेव करना है ताकि मैं उन्होंने जदों लोड़ पवे वरत सकां। जानी कि मैं अपनी रोज़मर्रा की जिंदगी च गुरु की सिक्ख्या नूं लिया सकां। जिहड़ी मैं अंदर सेव की होएगी वो मेरे कर्म मेरियां आदतां का हिस्सा बन जाएगी। वो बाणी वो सिक्ख्या जिन सेविया, जिन्हें वो चीज़ सेव की होएगी, जिन्हें अपने गल अंदर वसाई होएगी, तिन पाया मान, वही मान का हकदार है। जिहड़े बच्चे टीचर की गल नूं अपने अंदर सेव कर लेंदे ने, सिक्ख्या ग्रहण कर लेंदे ने, ਉਹ ਹੀ ਆਉਣ वाले समय ਦੇ ਵਿੱਚ ਜਦੋਂ ਚੰਗੇ ਨੰਬਰ ਲੈ ਕੇ ਪਾਸ ਹੁੰਦੇ ਨੇ, ਉਹ ਵਿਦਿਆ ਦੇ ਰੂਪ ਵਿੱਚ ਫਿਰ ਚੰਗਾ ਮਾਣ ਹਾਸਲ ਕਰਦੇ ਨੇ। ਜਿਨ ਸੇਵਿਆ ਤਿਨ ਪਾਇਆ ਮਾਣ, ਉਹਨੇ ਮਾਣ, ਉਹੋ ਹੀ ਮਾਣ ਦਾ ਹੱਕ। ਮਾਣ ਖੋਇਆ ਨਹੀਂ ਜਾਂਦਾ, ਮਾਣ ਕੰਮਾਂ ਦੁਆਰਾ ਮਿਲਦਾ ਹੈ। ਜਦੋਂ ਬੰਦਾ ਚੰਗੇ ਕੰਮ ਕਰਦਾ ਹੈ, ਸੱਚੇ ਮਾਰਗ ਚੱਲਦੇ ਆ, ਉਸਤਤ ਕਰਿਆ ਜਹਾਨ ਵਾਲੀ ਵਿਚਾਰ ਜਦੋਂ ਲੈ ਕੇ ਆਉਂਦਾ। ਜਿਨ ਸੇਵਿਆ ਤਿਨ ਪਾਇਆ ਮਾਣ, ਨਾਨਕ ਹੈ ਨਾਨਕ ਗਾਵੀਐ, ਉਹਨੂੰ ਗਾਈਏ। ਗਾਉਣਾ ਕਿੱਦਾਂ? ਹੁਣ ਗਾਉਣ ਦਾ ਅਰਥ ਕੀ? ਜ਼ੁਬਾਨ ਨਾਲ ਗਾਉਣਾ। ਗਾਉਣ ਦਾ ਅਰਥ ਕੀ? ਆਪਣੀ ਜ਼ਿੰਦਗੀ 'ਚੋਂ ਸਿੱਖਿਆ ਲੈ ਕੇ ਆ। ਜਦੋਂ ਆਪਾਂ ਕਹਿੰਦੇ ਤੇਰੇ ਕਵਣ ਕਵਣ ਗੁਣ ਕਹਿ ਕੇ ਗਾਵਾਂ, ਗੁਣ ਗਾਉਣ ਦਾ ਅਰਥ ਕਿੱਦਾਂ ਗੁਣ ਗਾਈਏ? ਤੂੰ ਵੱਡਾ ਬੜਾ ਹੈ, ਜਦੋਂ ਆਪਾਂ ਕਹਿੰਦੇ ਤੂੰ ਫਲਾਣੇ ਬੰਦੇ ਦੇ ਗੁਣ ਗਾਈ ਜਾਣਾ। ਗੁਣ ਗਾਉਣ ਦਾ ਅਰਥ ਕੀ? ਉਹਨੂੰ ਕੋਈ ਲਾਲਚ ਹੈ ਵੀ ਕੋਈ ਤੇ ਗੁਣ ਗਾਵੇ। ਬਾਣੀ ਕਹਿੰਦੀ ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾਏ। ਉਹਨੂੰ ਤਾਂ तिल जिन्नी भी तमा नहीं है, लालच नहीं है भी कोई ਉਹਦੀ ਵਡਿਆਈ करे। फिर कमाल की गल है, बंदे नूं ते लालच हो सकता है कोई ਉਹਦੀ ਵਡਿਆਈ करे, मालिक नूं ते कोई भी लालच नहीं है। फिर गाउण दा अर्थ की है? गाउण दा अर्थ की है? अपनी जिंदगी च ਉਹ गुण लैके आने ते चंगे काम करने, इहो ही गुण गाउने ने।
ਹੁਣ ਮੰਨ ਲਓ ਆਪਾਂ ਇੱਥੇ ਬਿਠੇ ਰੱਬ ਦੇ ਗੁਣ ਗਏ, ਰੱਬ ਜੀ ਤੁਸੀਂ ਨਿਰਵੈਰ ਹੋ, ਰੱਬ ਜੀ ਤੁਸੀਂ ਨਿਰਭਉ ਹੈ, ਇਹ 'ਚ ਕਿਸੇ ਨੂੰ ਕੀ ਤਕਲੀਫ ਹੈ। ਪਰ ਜਦੋਂ ਤੁਸੀਂ ਉਹਨਾਂ ਗੁਣਾਂ ਨੂੰ ਅੰਦਰ ਲਿਆ ਕੇ ਧਾਰਨ ਕਰਕੇ ਗ੍ਰਹਿਣ ਕਰਕੇ ਜਦੋਂ ਚੰਗੇ ਕੰਮ ਕਰੋਗੇ, ਭਾਵੇਂ ਸਮੇਂ ਦਾ ਹਾਕਮ ਹੋਵੇ, ਸਮੇਂ ਦਾ ਰਾਜਾ ਹੋਵੇ, ਸਮੇਂ ਦਾ ਬਾਦਸ਼ਾਹ ਹੋਵੇ, ਉਹ ਪਿੱਟ ਸਿਆਪਾ ਪਾਏਗਾ। ਜੇ ਸੱਚੀ ਗੁਰੂ ਨਾਨਕ ਸਾਹਿਬ, ਗੁਰੂ ਅਰਜਨ ਸਾਹਿਬ ਜੀ ਨੇ ਇੱਦਾਂ ਹੀ ਰੱਬ ਦੇ ਗੁਣ ਗਾਏ ਸੀ, ਰੱਬ ਜੀ ਤੁਸੀਂ ਨਿਰਵੈਰ ਹੈ, ਤੇ ਜਹਾਂਗੀਰ ਤੇ ਬਾਬਰ ਨੂੰ ਕੀ ਤਕਲੀਫ ਹੋਏਗੀ ਭਲਾ? ਔਰੰਗਜ਼ੇਬ ਨੂੰ ਕੀ ਤਕਲੀਫ ਹੋਣੀ ਸੀ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਅਨੰਦਪੁਰ ਸਾਹਿਬ ਦੀ ਧਰਤੀ ਤੇ ਬੈਠੇ ਇੱਦਾਂ ਹੀ ਗੁਣ ਗਾਈ ਜਾਂਦੇ? ਉਹਨਾਂ ਕਿਹੜੇ ਗੁਣ ਗਾਏ ਹੋਣਗੇ ਕਿ ਸਮੇਂ ਦਾ ਹਾਕਮ ਵੀ ਥਰ ਥਰ ਕੰਬ ਉੱਠਿਆ ਹੋਏਗਾ। ਜਦੋਂ ਇਹ ਸ਼ਬਦ ਜੇ ਸੱਚੀ ਗੁਣ ਗਾਉਣ ਆਏ ਸੀ ਗੁਰੂ ਨਾਨਕ ਸਾਹਿਬ ਮਹਾਰਾਜ, ਤੇ ਆਹ ਸ਼ਬਦ ਕਾਹਦੇ ਲਈ ਲਿਖੇ? ਰਾਜੇ ਸ਼ੀਂ ਮੁਕੱਦਮ ਕੁੱਤੇ, ਜਾਏ ਜਗਾਨ ਬੈਠੇ ਸੁੱਤੇ, ਚਾਕਰ ਨਹਿੰਦਾ ਪਾਇਨ ਕਾਓ, ਰਤ ਪਿੱਤ ਕੁੱਤਿਓ ਚੱਟ ਜਾਓ। ਸਾਧ ਸੰਗਤ ਜੀ, ਇੱਕ ਬੇਨਤੀ ਕਰਾਂ, ਅੱਜ ਸਾਡੀ ਕੌਮ ਦੇ ਵੱਡੇ ਵੱਡੇ ਧਾਰਮਿਕ ਅਖਵਾਉਣ ਵਾਲੇ ਵੀ ਲੀਡਰਾਂ ਦੀਆਂ ਰਖੇਲਾਂ ਬਣ ਕੇ ਬੈਠ ਗਏ। ਉਹਨਾਂ ਦੀ ਜੀ ਹਜ਼ੂਰੀ ਕਰਨ ਤੋਂ ਬਿਨਾਂ ਕੋਈ ਲਾਭ ਨਹੀਂ, ਸੱਚ ਹੈ। ਕਿਉਂਕਿ ਇਹ ਜੇ ਪੁਰਾਣੇ ਸਮੇਂ ਦੇ ਵਿੱਚ ਐਸਾ ਹੋਇਆ ਸੀ, ਐਸਾ ਹੋਇਆ, ਜਿਵੇਂ ਪੁਰਾਣੇ ਸਮੇਂ ਦੇ ਵਿੱਚ ਜਦੋਂ ਬ੍ਰਾਹਮਣ ਤੇ ਰਾਜੇ ਦੀ ਆਪਸ ਵਿੱਚ ਸੰਧੀ ਹੋਈ ਕਿ ਮੈਂ ਤੈਨੂੰ ਭਗਵਾਨ ਕਹਿ ਕੇ ਦੁਨੀਆ ਸਾਹਮਣੇ ਪੇਸ਼ ਕਰਾਂਗਾ, ਪਰ ਜਦੋਂ ਮੈਂ ਤੇਰੇ ਦਰਬਾਰ 'ਚ ਆਵਾਂ ਤੂੰ ਮੇਰੇ ਪੈਰ ਧੋ ਕੇ ਪੀਵੀਂ, ਤਾਂ ਕਿ ਲੋਕਾਂ ਨੂੰ ਪਤਾ ਲੱਗੇ ਭਾਵੇਂ ਰਾਜਾ ਭਗਵਾਨ ਹੈ ਪਰ ਭਗਵਾਨ ਤੋਂ ਉੱਤੇ ਵੀ ਬ੍ਰਾਹਮਣ ਹੁੰਦਾ ਹੈ। ਅੱਜ ਵੀ ਐਸਾ ਹੋ ਰਿਹਾ ਕਿ ਵੱਡੇ ਵੱਡੇ ਲੀਡਰਾਂ ਨੂੰ ਇਹਨਾਂ ਸਾਧਾਂ ਬਾਰੇ, ਬਾਬਿਆਂ ਬਾਰੇ ਪਤਾ ਨਹੀਂ, ਸਭ ਪਤਾ ਹੈ, ਸਭ ਪਤਾ, ਪਰ ਸੰਧੀ ਹੋਈ ਹੈ। ਫਿਰ ਸਮਝ ਲੈਣਾ ਗੁਣ ਗਾਉਣ ਦਾ ਅਰਥ ਕੀ ਹੈ? ਉਸ ਚੰਗਿਆਈ ਮੁਤਾਬਕ ਆਪਣਾ ਜੀਵਨ ਬਤੀਤ ਕਰਨਾ। ਨਾਨਕ ਗਾਵੀਐ ਗੁਣੀ ਨਿਧਾਨ, ਉਹ ਗੁਣਾਂ ਦੇ ਖਜ਼ਾਨੇ ਨੂੰ ਗਾਉਣ ਦਾ ਅਰਥ ਹੈ ਉਹਨਾਂ ਗੁਣਾਂ ਮੁਤਾਬਕ ਆਪਣੀ ਜ਼ਿੰਦਗੀ ਬਤੀਤ ਕਰਨੀ। ਜੇ ਉਹ ਨਿਰਵੈਰ ਹੈ ਤੇ ਨਿਰਵੈਰ ਹੋ, ਜੇ ਉਹ ਨਿਰਭਉ ਹੈ ਤੇ ਨਿਰਭਉ ਹੈ, ਜੇ ਉਹ ਅਜੂਨੀ ਹੈ ਤੇ ਜੂਨਾਂ ਤੋਂ ਰਹਿਤ ਹੈ। ਤੂੰ ਤੇ ਜੂਨਾਂ 'ਚ ਪਿਆ ਹੋਇਆ, ਕਦੀ ਕਿਸੇ ਦਾ ਤਨ ਵੇਖ ਕੇ ਮਰ ਜਾਣਾ, ਕਦੀ ਕਿਸੇ ਦਾ ਧਨ ਵੇਖ ਕੇ ਮਰ ਜਾਣਾ, ਕਦੀ ਕਿਸੇ ਦਾ ਘਰ ਵੇਖ ਕੇ ਮਰ ਜਾਣਾ, ਤੇ ਕਦੀ ਕਿਸੇ ਦੇ ਚੇਲੇ ਵੇਖ ਕੇ ਮਰ ਜਾਣਾ। ਤੂੰ ਤੇ ਜੰਮਣ ਮਰਨ 'ਚ ਪਿਆ ਹੋਇਆ, ਤੂੰ ਤੇ ਜੰਮਣ ਮਰਨ ਦੀ ਕਿਰਿਆ 'ਚ ਪਿਆ ਹੋਇਆ। ਤੇ ਇੱਕ ਬੇਨਤੀ ਹੋਰ ਕਰਾਂ, ਗ੍ਰਸਤੀ ਦਾ ਦੁੱਖ ਤੇ ਕਈ ਵਾਰੀ 2-4 ਬੱਚਿਆਂ ਤੱਕ ਸੀਮਿਤ ਹੁੰਦਾ, ਤਿਆਗੀ ਅਖਵਾਉਣ ਵਾਲੇ ਦਾ ਦੁੱਖ ਉਹ ਤੋਂ ਵੀ ਅੱਗੇ ਹੁੰਦਾ। ਐਵੇਂ ਥੋੜਾ ਸਤਿਗੁਰੂ ਨੂੰ ਕਹਿਣਾ ਪਿਆ ਸੀ ਵੀ ਪੁੰਗਰ ਤਾਪ ਗੇਰੂ ਕੇ ਬਸਤਰਾ ਆਪਦਾ ਕਾ ਮਾਰਿਆ। ਜਿਹੜੀ ਬਿਪਤਾ ਦਾ ਮਾਰਿਆ ਘਰ ਛੱਡ ਕੇ ਤਿਆਗੀ ਬਣਿਆ ਨਾ, ਪੁੰਗਰ ਤਾਪ ਗੇਰੂ ਕੇ ਬਸਤਰਾ ਆਪਦਾ ਕਾ ਮਾਰਿਆ ਗ੍ਰਹਿ ਤੇ ਨਸਤਾ, ਦੇਸ਼ ਛੋੜ ਪਰਦੇਸੇ ਧਾਇਆ, ਪੰਚ ਚੰਡਾਲ ਨਾਲੇ ਲਿਆਇਆ। ਜਿਹੜਾ ਹੰਕਾਰ ਘਰ ਨਹੀਂ ਸੀ ਟਿਕਣ ਦਿੰਦਾ, ਜਿਹੜਾ ਕ੍ਰੋਧ, ਜਿਹੜੀ ਹਉਮੈ ਘਰ ਨਹੀਂ ਸੀ ਟਿਕਣ ਦਿੰਦੀ, ਜਿਹੜੇ ਵਕਾਰ ਘਰ 'ਚ ਨਹੀਂ ਸੀ ਬਹਿਣ ਦਿੰਦੇ, ਉਹ ਵਕਾਰ ਤੇ ਨਾਲ ਹੀ ਗਏ ਨੇ। ਭਾਵੇਂ ਡੇਰੇ ਦੀ 4 ਦੀਵਾਰੀ ਵੜ ਲਈ ਹੈ, ਭਾਵੇਂ 4 ਦੀਵਾਰੀ ਡੇਰੇ ਦੀ ਵੜ ਲਈ ਹੈ। ਫਿਰ ਗੱਲ ਨੂੰ ਸਮਝਣਾ, ਗੁਰੂ ਪਾਤਸ਼ਾਹ ਨੇ ਕਿੰਨੇ ਪਿਆਰੇ ਨੁਕਤੇ ਸਮਝਾ ਕੇ, ਨਾਨਕ ਗਾਵੀਐ ਗੁਣੀ ਨਿਧਾਨ। ਗਾਵੀਐ ਉਹਨੂੰ ਗਾਉਣਾ ਹੈ, ਸੁਣੀਏ ਉਹਨੂੰ ਸੁਣਨਾ ਹੈ। ਕਿੱਦਾਂ ਸੁਣਨਾ ਹੈ? ਆਪਣੀ ਜ਼ਿੰਦਗੀ 'ਚ ਉਹ ਗੁਣ, ਉਹ ਚੰਗਿਆਈਆਂ ਲੈ ਕੇ ਆਉਣੀਆਂ ਨੇ। ਆਪਣੇ ਕਰਮ ਇੰਦਰੀਆ, ਆਪਣੇ ਗਿਆਨ ਇੰਦਰੀਆਂ ਨੂੰ ਸਚਿਆਰ ਬਣਾਉਣ ਦੀ ਕੋਸ਼ਿਸ਼ ਕਰਨੀ ਹੈ। ਗਾਵੀਏ ਸੁਣੀਏ, ਮਨ ਰੱਖੀਏ ਭਾਉ, ਆਪਣੇ ਮਨ ਵਿੱਚ ਪਿਆਰ, ਮੁਹੱਬਤ, ਸਨੇਹ, ਇਹ ਕੁਆਲਿਟੀ, ਇਹ ਗੁਣ ਜ਼ਿੰਦਗੀ 'ਚ ਟਿਕਾ ਕੇ ਰੱਖਣੇ ਨੇ। ਗਾਵੀਏ ਸੁਣੀਏ ਮਨ ਰੱਖੀਏ ਭਾਉ ਤੁਮਾਰੇ। ਫਿਰ ਇਹਦੇ ਨਾਲ ਕੀ ਕਹਿੰਦੇ? ਦੁੱਖ ਪਰ ਹਰ। ਕਿਹੜਾ ਦੁੱਖ? ਗੋਡਾ ਦੁਖਣਾ, ਮੋਢਾ ਦੁਖਣਾ, ਸਿਰ ਦੁਖਣਾ, ਬੁਖਾਰ ਹੋਣਾ, ਇਹ ਦੁੱਖ ਹੈ? ਨਹੀਂ, ਦੁੱਖ ਵਿਛੋੜਾ। ਕਿਉਂਕਿ ਗੁਰ ਕੀ ਬਾਣੀ ਜਿਹੜੀ ਹੈ ਨਾ, ਉਹ ਗੁਰੂ ਦੀ ਬਾਣੀ ਵਿੱਚੋਂ ਸਮਝਣੀ ਪੈਣੀਗੀ। ਗੁਰ ਕੀ ਬਾਣੀ ਗੁਰ ਤੇ ਜਾਤੀ, ਗੁਰੂ ਦੀ ਸਿੱਖਿਆ ਨੂੰ ਗੁਰੂ ਦੀ ਸਿੱਖਿਆ ਵਿੱਚੋਂ ਵਿਚਾਰਨਾ ਪਵੇਗਾ। ਮਹਾਰਾਜ ਕਿਹੜੇ ਦੁੱਖ ਦੀ ਗੱਲ ਕਰ ਰਹੇ ਨੇ? ਦੁੱਖ ਵਿਛੋੜਾ। ਵਿਛੋੜਾ ਇੱਕ ਸਭ ਤੋਂ ਵੱਡਾ ਦੁੱਖ ਹੈ। ਜਿਹੜਾ ਮੈਂ ਸੱਚ ਨਾਲੋਂ ਵਿਛੜਿਆ ਹੋਇਆ ਸੀ ਤਾਂ ਮੈਂ ਸਚਿਆਰਾ ਨਹੀਂ ਸੀ ਬਣ ਪਾ ਰਿਹਾ। ਸਚਿਆਰਾ ਬਣਨ ਵਾਸਤੇ ਵਿਛੋੜਾ ਦੂਰ ਕਰਨਾ ਪੈਣਾ। ਦੁੱਖ ਵਿਛੋੜਾ, ਦੁੱਖ ਪਰ ਹਰ। ਵਿਛੋੜੇ ਦਾ ਦੁੱਖ ਦੂਰ ਕਰਕੇ ਸੁੱਖ ਘਰ ਲੈ ਜਾਏ। ਕਿਹੜੇ ਘਰ? ਘਰ ਵੀ 2 ਕਿਸਮ ਦੇ ਹੁੰਦੇ ਨੇ। ਇੱਕ ਉਹ ਘਰ ਹੈ ਜਿੱਥੇ ਸਾਡਾ ਤਨ ਰਹਿੰਦਾ ਹੈ, ਇੱਕ ਉਹ ਘਰ ਹੈ ਜਿੱਥੇ ਸਾਡਾ ਮਨ ਰਹਿੰਦਾ ਹੈ। ਸਰੀਰ ਦੇ ਰਹਿਣ ਵਾਲੀ ਦੇ ਘਰ ਬਣਾ ਲਿਆ, ਮਨ ਸਾਰੀ ਜ਼ਿੰਦਗੀ ਨਘਰਾ ਹੀ ਤੁਰਿਆ ਫਿਰਦਾ। ਤੁਸੀਂ ਨੋਟ ਕਰਿਓ, ਮਨ ਦਾ ਘਰ ਤੇ ਅਜੇ ਤੱਕ ਬਣਾਇਆ ਹੀ ਨਹੀਂ। ਤਾਂ ਹੀ ਤਾਂ ਗੁਰਦੇਵ ਨੂੰ ਬਾਣੀ 'ਚ ਕਹਿਣਾ ਪਿਆ ਸੀ, ਪਾਜ ਥੂਨੀਆਂ ਛਪਰਾ ਥਾਮਿਆ ਨੀ ਘਰਿਆ, ਘਰ ਪਾਇਆ ਰੇ। ਮਨ ਘਰਾ ਤੁਰਿਆ ਫਿਰਦਾ। ਬਹੁਤਿਆਂ ਦੇ ਤਨ ਰਾਤ ਨੂੰ ਘਰ ਚਲੇ ਜਾਂਦੇ, ਮਨ ਉੱਥੇ ਹੁੰਦੇ ਹੀ ਨਹੀਂ। ਤਨ ਰਾਤ ਨੂੰ ਬੈਡਰੂਮ 'ਚ ਹੁੰਦੇ ਨੇ, ਤਨ ਆਪਣੇ ਬੱਚਿਆਂ 'ਚ ਹੁੰਦੇ ਨੇ, ਪਰ ਮਨ ਨਾਲ ਨਹੀਂ ਹੁੰਦੇ। ਮਨ ਤੇ ਬਾਹਰ ਭੱਜੇ ਫਿਰਦੇ ਨੇ। ਕੋਈ ਕਿਸੇ ਦੀ ਗੱਡੀ ਤੇ ਅੱਖ ਰੱਖ ਕੇ ਬੈਠਾ ਹੈ, ਕੋਈ ਕਿਸੇ ਦੇ ਪਰਿਵਾਰ ਤੇ ਅੱਖ ਰੱਖ ਕੇ ਬੈਠਾ ਹੈ, ਕੋਈ ਕਿਸੇ ਦੀ ਜਾਇਦਾਦ ਤੇ ਨਿਗਾਹ ਰੱਖ ਕੇ ਬੈਠਾ ਹੈ। ਮਨ ਆਪਣੇ ਆਪ ਬਾਹਰ ਚਲਾ ਗਿਆ। ਮਨ ਨਿਘਰਾ ਹੋ ਕੇ ਤੁਰਿਆ ਫਿਰਦਾ ਹੈ।
ਜਦੋਂ ਮਨ ਸੁਖੀ ਹੋਏਗਾ ਤੇ ਤਨ ਆਪਣੇ ਆਪ ਸੁਖੀ ਹੋਗਾ। ਤਾਂ ਬਾਣੀ ਚ ਆਖਿਆ ਸੀ ਘਰ ਸੁਖ ਵਸਿਆ ਬਾਹਰ ਸੁਖ ਪਾਇਆ। ਇੱਥੇ ਹਿਰਦੇ ਰੂਪੀ ਘਰ ਦੀ ਗੱਲ ਹੋ ਰਹੀ ਹੈ। ਜਿਹਦੇ ਹਿਰਦੇ ਰੂਪੀ ਘਰ ਵਿੱਚ ਸੁਖ ਹੈ ਉਹਦਾ ਤਨ ਸੁਖੀ, ਜਿਹਦਾ ਤਨ ਸੁਖੀ ਉਹਦਾ ਇੱਟਾਂ ਵਾਲਾ ਘਰ ਆਪਣੇ ਆਪ ਸੁਖੀ ਹੋ ਜਾਣਾ ਹੈ। ਤੁਸੀਂ ਨੋਟ ਕਰਿਓ, ਜਦੋਂ ਬੰਦੇ ਦਾ ਮਨ ਕਲਪਿਆ ਹੋਵੇ ਨਾ ਉਦੋਂ ਤਨ ਵੀ ਕਲਪਦਾ ਹੈ। ਜਦੋਂ ਤਨ ਕਲਪਿਆ ਹੋਵੇ ਤੇ ਘਰ 'ਚ ਆਪਣੇ ਆਪ ਕਲਪਨਾ ਸ਼ੁਰੂ ਹੋ ਜਾਂਦੀ ਹੈ। ਉਹ ਫਿਰ ਕਲਾ ਕਲੰਦਰ ਵਸੇ ਤੇ ਘੜਿਓਂ ਪਾਣੀ ਨਸੇ। ਤਾਂ ਹੀ ਬਜ਼ੁਰਗਾਂ ਦੀ ਇੱਕ ਖਾਣ ਸੀ ਵੀ ਭਾਈ ਕਲੇਸ਼ ਚੰਗਾ ਨਹੀਂ ਹੁੰਦਾ। ਕਲੇਸ਼ ਹੋਵੇ ਤੇ ਘਰ 'ਚ ਘੜਿਆਂ 'ਚ ਵੀ ਪਾਣੀ ਮੁੱਕ ਜਾਂਦਾ। ਦੁੱਧ ਘਿਓ ਤੇ ਬਹੁਤ ਦੂਰ ਦੀਆਂ ਗੱਲਾਂ ਨੇ। ਘੜਾ ਦੇ ਵਿੱਚ ਜਿਹੜਾ ਪਾਣੀ ਪੀਣ ਲਈ ਰੱਖਿਆ ਸੀ ਪਾਣੀ ਵੀ ਨਹੀਂ ਰਹਿਣਾ। ਕਲੇਸ਼ ਬਹੁਤ ਮਾੜਾ। ਤੇ ਅੱਜ ਘਰਾਂ 'ਚ ਸੱਚੀ ਗੱਲ ਹੈ, ਕਲੇਸ਼ ਦਾ ਕਾਰਨ ਇਹੋ ਆ ਕਿ ਮਨ ਦੀ ਖੁਰਾਕ ਸਾਡੀ ਸਹੀ ਨਹੀਂ। ਗੁਰਦੇਵ ਮਹਾਰਾਜ ਇੱਥੇ ਬਖਸ਼ਿਸ਼ ਕਰ ਰਹੇ ਨੇ, ਦੁੱਖ ਪਰ ਹਰ ਸੁੱਖ ਘਰ ਲੈ ਜਾਏ। ਇਹ ਜਿਹੜਾ ਵਿਛੋੜੇ ਦਾ ਦੁੱਖ ਸੀ ਇਹਨੂੰ ਦੂਰ ਕਰਕੇ ਆਪਣੇ ਹਿਰਦੇ ਰੂਪੀ ਘਰ ਵਿੱਚ ਸੁੱਖ ਜਦੋਂ ਤੇਰੇ ਆ ਗਿਆ, ਜਦੋਂ ਹਿਰਦੇ ਰੂਪੀ ਘਰ 'ਚ ਸੁੱਖ ਆ ਗਿਆ ਫਿਰ ਆਪਣੇ ਆਪ ਤਨ ਨੇ ਵੀ ਸੁਖੀ ਹੋ ਜਾਣਾ। ਜਦੋਂ ਤਨ ਸੁਖੀ ਹੋ ਗਿਆ ਤੇ ਇੱਟਾਂ ਵਾਲੇ ਘਰ 'ਚ ਆਪਣੇ ਆਪ ਹੀ ਸੁੱਖ ਆ ਜਾਣਾ, ਜਿੱਥੇ ਪਰਿਵਾਰ ਰਹਿ ਰਹੇ, ਜਿੱਥੇ ਭਾਈ ਤੁਸੀਂ ਰਹਿ ਰਹੇ ਜੇ। ਘਰ ਜ਼ਮੀਨ ਜਾਇਦਾਦ ਇਹ ਚੀਜ਼ਾਂ ਕੋਈ ਮਾੜੀਆਂ ਨਹੀਂ ਹੁੰਦੀਆਂ। ਇਸ ਘਰ 'ਚ ਲੜਾਈ ਬੜੀ ਹੈ, ਘਰ ਕਦੀ ਨਹੀਂ ਲੜਦਾ, ਲੜਦੇ ਉੱਥੇ ਰਹਿਣ ਵਾਲੇ ਜੀਵ ਨੇ। ਦੁੱਖ ਵਿਛੋੜਾ ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮਦੂਤ। ਇੱਥੇ ਵੀ ਮਹਾਰਾਜ ਕਹਿੰਦੇ ਨੇ ਦੁੱਖ ਪਰ ਹਰ ਸੁੱਖ ਘਰ ਲੈ ਜਾਏ। ਗੁਰਮੁਖ ਨਾਦੰ, ਨਾਦ ਦਾ ਅਰਥ ਹੈ ਸ਼ਬਦ। ਗੁਰਮੁਖ ਵੇਦੰ, ਵੇਦ ਦਾ ਅਰਥ ਹੈ ਗਿਆਨ। ਗੁਰੂ ਦੇ ਰਾਹੀਂ ਮੈਨੂੰ ਉਸ ਗੱਲ ਦੀ ਸਮਝ ਆਉਣੀ ਹੈ, ਉਸ ਸੱਚ ਦੇ ਨਾਲ ਮੇਰੀ ਸਾਂਝ ਪੈਣੀ ਹੈ। ਗੁਰੂ ਗਿਆਨ ਦੇ ਰਾਹੀਂ ਮੈਨੂੰ ਇਸ ਚੀਜ਼ ਦਾ ਅਹਿਸਾਸ ਹੋਣਾ ਹੈ ਕਿ ਗੁਰਮੁਖ ਰਹਾ ਸਮਾਈ ਖੱਖੇ ਨੂੰ ਸਿਹਾਰੀ ਹੈ। ਗੁਰੂ ਦੇ ਰਾਹੀਂ ਇਸ ਚੀਜ਼ ਦੀ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਇਹ ਚੀਜ਼ ਮਹਿਸੂਸ ਕਰਨੀ ਕਿ ਉਹ ਮਾਲਕ ਸਾਰਿਆਂ ਵਿੱਚ ਇੱਕ ਰਸ ਵਿਆਪਕ ਹੈ, ਜਿਹਦਾ ਮੈਂ ਵੀ ਇੱਕ ਹਿੱਸਾ ਹਾਂ। ਮੈਂ ਆਪਣੇ ਆਪ ਨੂੰ ਆਪ ਸਵਾਰਨਾ ਹੈ। ਗੁਰਮੁਖ ਰਹਾ ਸਮਾਈ ਗੁਰ ਈਸ਼ਰ, ਗੁਰ ਗੋਰਖ ਬ੍ਰਹਮਾ, ਗੁਰ ਪਾਰਬਤੀ ਮਾਈ। ਕੋਈ ਗੋਰਖ ਨੂੰ ਗੁਰੂ ਆਂਦਾ ਸੀ, ਕੋਈ ਈਸ਼ਰ ਨੂੰ ਗੁਰੂ ਆਂਦਾ ਸੀ, ਕੋਈ ਬ੍ਰਹਮਾ ਨੂੰ ਗੁਰੂ ਆਂਦਾ ਸੀ, ਕੋਈ ਪਾਰਬਤੀ ਨੂੰ ਮਾਈ ਆਂਦਾ ਸੀ। ਤੇ ਮਹਾਰਾਜ ਅੱਗੇ ਜਾ ਕੇ ਪਤਾ ਕੀ ਨਿਖੇੜਾ ਕਰਦੇ ਆ, ਕਹਿੰਦੇ ਜੇ ਹੋਂ ਜਾਣਾ, ਜੇ ਮੈਂ ਸਚਿਆਰੇ ਬਣਨ ਵਾਲੀ ਸਿੱਖਿਆ ਨੂੰ ਜਾਣ ਲਵਾਂ, ਜੇ ਮੈਨੂੰ ਪਤਾ ਲੱਗ ਜਾਏ ਕਿ ਥਾਪਿਆ ਨਾ ਜਾਏ ਕੀਤਾ ਨਾ ਹੋਏ, ਜੇ ਮੈਨੂੰ ਸੱਚੀ ਪਤਾ ਲੱਗ ਗਿਆ, ਇਸ ਚੀਜ਼ ਨੂੰ ਮੈਂ ਆਪਣੇ ਅੰਦਰ ਮਹਿਸੂਸ ਕਰ ਲਿਆ, ਜੇ ਹੋਂ ਜਾਣਾ ਆਖਾਂ ਨਹੀਂ, ਤੇ ਮੈਂ ਈਸ਼ਰ ਬ੍ਰਹਮਾ ਗੋਰਖ ਪਾਰਬਤੀ ਮਾਈ ਨੂੰ ਗੁਰੂ ਕਦੀ ਵੀ ਨਹੀਂ ਕਹਿੰਦਾ, ਕਿਉਂਕਿ ਇਹ ਤੇ ਸਥਾਪਿਤ ਕੀਤੇ ਹੋਏ ਨੇ। ਮੈਂ ਇਹਨਾਂ ਨੂੰ ਗੁਰੂ ਕਿਉਂ ਕਹਾਂ? ਕਿਉਂਕਿ ਇਹ ਸੱਚੀ ਸਥਾਪਿਤ ਕੀਤੇ ਹੋਏ ਨੇ। ਭਾਵੇਂ ਕਿਸੇ ਦਾ ਜਨਮ ਹੋਇਆ ਤੇ ਭਾਵੇਂ ਕਿਸੇ ਬੰਦੇ ਦੀ ਸੋਚ ਵਿੱਚੋਂ ਪੈਦਾ ਕੀਤੇ ਹੋਏ ਨੇ, ਮੈਂ ਇਹਨਾਂ ਨੂੰ ਗੁਰੂ ਕਿੱਦਾਂ ਕਹਾਂ? ਕਿਉਂਕਿ ਮੈਂ ਤੇ ਮੰਨਦਾ ਉਹਨੂੰ ਆ ਜਿਹੜਾ ਸਥਾਪਿਤ ਨਹੀਂ ਕੀਤਾ ਜਾ ਸਕਦਾ। ਇਹ ਸਥਾਪਿਤ ਕੀਤੇ ਹੋਏ ਨੇ, ਇਹਨਾਂ ਦੇ ਨਾਂ ਤੇ ਮੰਦਰ ਸਥਾਨ ਬਣੇ ਹੋਏ ਨੇ। ਗੁਰ ਈਸ਼ਰ, ਗੁਰ ਗੋਰਖ ਬ੍ਰਹਮਾ, ਗੁਰ ਪਾਰਬਤੀ ਮਾਈ। ਗੁਰਦੇਵ ਪਿਤਾ ਮਹਾਰਾਜ ਕਹਿੰਦੇ ਨੇ ਇਹ ਗੱਲ ਯਾਦ ਰੱਖਣਾ ਕਿ ਮੈਂ ਜੇ ਮੈਨੂੰ ਸੱਚੀ ਇਸ ਗੱਲ ਦੀ ਸਮਝ ਲੱਗ ਜਾਏ, ਜੇ ਹੋਂ ਜਾਣਾ ਆਖਾਂ, ਜੇ ਹੋਂ ਜਾਣਾ, ਜੇ ਮੈਂ ਇਸ ਗੱਲ ਨੂੰ ਜਾਣ ਲਵਾਂ ਕਿ ਸਚਿਆਰਿਆ ਬਣਨ ਵਾਸਤੇ ਆਹ ਗੁਣ, ਆਹ ਕੁਆਲਿਟੀ ਹੁੰਦੀ ਹੈ, ਐਦਾਂ ਉਹਦੇ ਨਾਲ ਸਾਂਝ ਪਾਉਂਦੀ ਹੈ ਗੁਣੀ ਨਿਧਾਨ ਮਾਲਕ ਦੇ ਨਾਲ। ਜੇ ਹੋਂ ਜਾਣਾ ਆਖਾਂ ਨਹੀਂ, ਕਹਿੰਦੇ ਕਹਿਣਾ ਕਥਨ ਨਾ ਜਾਈ। ਫਿਰ ਮੈਂ ਆਪਣੀ ਜ਼ਿੰਦਗੀ ਵਿੱਚ ਇਹੋ ਚੀਜ਼ ਬਾਰ-ਬਾਰ ਅਹਿਸਾਸ ਕਰਾਂਗਾ ਕਿ ਉਹ ਮਾਲਕ ਸਾਰਿਆਂ ਥਾਵਾਂ ਤੇ ਇੱਕ ਰਸ ਵਿਆਪਕ ਹੈ, ਉਹਨੂੰ ਸਥਾਪਿਤ ਨਹੀਂ ਕੀਤਾ ਜਾ ਸਕਦਾ। ਕਹਿਣਾ ਕਥਨ ਨਾ ਜਾਈ, ਕਹਿਣ ਲੱਗੇ ਫਿਰ ਮੈਂ ਉਸ ਨੂੰ ਬਿਆਨ ਨਹੀਂ ਕਰ ਸਕਦਾ ਜਿਹੜਾ ਐਡਾ ਵੱਡਾ ਮਾਲਕ ਸਾਰਿਆਂ ਵਿੱਚ ਇੱਕ ਰਸ ਵਿਆਪਕ ਹੈ। ਫਿਰ ਗੱਲ ਨੂੰ ਸਮਝ ਲੈਣਾ, ਗੁਰ ਈਸ਼ਰ, ਗੁਰ ਗੋਰਖ ਬ੍ਰਹਮਾ, ਗੁਰ ਪਾਰਬਤੀ ਮਾਈ। ਜੇ ਹੋਂ ਜਾਣਾ, ਜੇ ਮੈਂ ਉਸ ਨੂੰ ਸੱਚੀ ਜਾਣ ਲਵਾਂ ਤੇ ਆਖਾਂ ਨਹੀਂ, ਮੈਂ ਇਹਨਾਂ ਨੂੰ ਕਦੇ ਵੀ ਨਹੀਂ ਕਹਿੰਦਾ ਵੀ ਇਹ ਗੁਰੂ ਨੇ, ਭਾਵੇਂ ਉਹ ਈਸ਼ਰ ਹੈ, ਭਾਵੇਂ ਬ੍ਰਹਮਾ ਹੈ, ਭਾਵੇਂ ਪਾਰਬਤੀ ਹੈ। ਇਹਨਾਂ ਨੂੰ ਲੋਕੀ ਆਂਦੇ ਗੁਰੂ, ਇਹਨਾਂ ਨੂੰ ਭਗਵਾਨ ਬਣਾ ਕੇ ਪੂਜਦੇ ਨੇ। ਵੱਖਰੀ ਗੱਲ ਹੈ ਕਿੱਡੇ ਨਿੱਗਰ ਵਿਚਾਰ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਸਾਹਿਬ ਨੇ ਬਖਸ਼ਿਸ਼ ਕੀਤੇ ਸੀ। ਭਾਵੇਂ ਅੱਜ ਸਿੱਖ ਅਖਵਾਉਣ ਵਾਲਾ ਵੀ ਇਹਨਾਂ ਦੇਵੀ ਦੇਵਤਿਆਂ ਦੇ ਪੈਰਾਂ 'ਚ ਬੈਠਾ। ਅੱਜ ਤੁਹਾਨੂੰ ਬਹਿਰੂਪੀਆ ਸਿੱਖ, ਤਨ ਦਾ ਤਨ, ਜਿਹਨੇ ਤਨ ਨੂੰ ਸਿੱਖ ਬਣਾਇਆ, ਮਨ ਨਹੀਂ ਬਣਿਆ, ਉਹ ਤੁਹਾਨੂੰ ਮੰਦਰਾਂ 'ਚ ਵੀ ਟੱਲੀਆਂ ਖੜਕਾਉਂਦਾ ਨਜ਼ਰ ਆਏਗਾ। ਤੁਹਾਨੂੰ ਸ਼ਨੀਵਾਰ ਤੇਲ ਚੜਾਉਂਦਾ ਨਜ਼ਰ ਆਏਗਾ ਮੰਦਰਾਂ ਦੇ ਵਿੱਚ। ਆਪਣੀਆਂ ਦੁਕਾਨਾਂ ਤੇ ਖਾਲਸੇ ਅਖਵਾਉਣ ਵਾਲੇ ਇੱਕ ਬੰਨੇ ਮਨੋਕਲਪਤ ਹੈ, ਭਾਵੇਂ ਤਸਵੀਰਾਂ ਗੁਰੂ ਦੀਆਂ ਉਹ ਲਾਈਆਂ ਹੋਣਗੀਆਂ, ਲਾਗੇ ਦੇਵੀ ਦੇਵਤਿਆਂ ਦੀਆਂ ਵੀ ਲਾਈਆਂ ਹੋਣਗੀਆਂ। ਇਹ ਤੋਂ ਪਤਾ ਲੱਗਦਾ ਕਿ ਅਸੀਂ ਨਿਗਲੇ ਜਾ ਚੁੱਕੇ ਹਾਂ। ਜਿਵੇਂ ਸਰਦਾਰ ਕੁਲਬੀਰ ਸਿੰਘ ਕੌੜੇ ਨੇ ਲਿਖਿਆ ਸੀ ਨਾ, ਤੇ ਸਿੱਖ ਵੀ ਨਿਗਲਿਆ ਗਿਆ। ਸੱਚੀ ਨਿਗਲੇ ਜਾ ਚੁੱਕੇ ਹਾਂ। ਸਿਰਫ ਦੇਖਦੇ ਸਿੱਖ ਰਹਿ ਗਏ, ਪਰ ਅੰਦਰ ਸਾਰੇ ਉਹ ਕਰਮ ਕਾਂਡ ਆ ਗਏ। ਫਿਰ ਗੱਲ ਨੂੰ ਸਮਝਿਓ, ਗੁਰ ਈਸ਼ਰ, ਗੁਰ ਗੋਰਖ ਬ੍ਰਹਮਾ, ਗੁਰ ਪਾਰਬਤੀ ਮਾਈ। ਜੇ ਹੋਂ ਜਾਣਾ, ਜੇ ਮੈਂ ਜਾਣ ਲਵਾਂ ਕਿ ਸਚਿਆਰੇ ਦਾ ਰੂਪ ਕਿੱਦਾਂ ਬਣੀਦਾ, ਤੇ
आखा ना ही। मैं इन्हां नूं कदी भी नहीं कहता ये गुरु ने मेरे वास्ते जिन्हां दा नाम लिया है, भावें ईश्वर है, भावें ब्रह्मा है, भावें गोरख है, भावें पार्वती माई है, कहना कथन ना जाई। मैं कदी भी नहीं इस चीज़ नूं कत दा कदी भी नहीं बयान करता। इस करके गुरा एक दे बुझाई, हे गुरु मैनू एक गल बुझा दिओ, एक सिक्ख्या मेरी सुरत विच टिका दिओ कि सबना जीआं का एक दाता, सारियां जीवां दा दाता इको है। सो मैं विसर ना जाई, वो मैनू भुल ना जाए, मैं उन्होंने विसार ना देवां अपनी जिंदगी विचों। ये मेरी मालक जी तुहाडे चरनां च अरदास है। आओ आपां भी अपनी जिंदगी जो एक दाते नाल सांझ पाईए, जिहदा असीं हिस्सा वां, जिहदे असीं भी रूप हाँ। आओ अपनी जिंदगी च ये गुण लिया के असी सचियारे बन सकीए, जिवें आपां इस तो पहली पौड़ी विच समझ सके हाँ। आओ इस गल नूं आपां अगे तुरदियां होइआं आउण वालीआं पौड़ियां च भी गुरु वल्लों दित्ती होई सिक्ख्या इदां समझदे जाइए, अर्थ भाव आप अपने बच्चों नाल साझे करते जाइए। गुरु साहब के बहुत अमोलक वचन ने जिहड़े आपां रल मिल के साझे करन दा यतन कर रहे हैं। साध संगत जी आओ, आस है तुसीं अपने घरां विच बैठे आ, बाणी पढ़दे आ, विचारदे आ, लाभ प्राप्त करते होगे। आओ आप सहज पाठ करिए, बाणी समझिए, विचारिए ते हंस बिरती लैके चुभियां मारीए इस बाणी के महान सागर विच, तां कि असीं अपने मन नूं अमीर कर सकीए। सारिआं दा धन्नवाद। वाहिगुरू जी का खालसा, वाहिगुरू जी की फतेह।